ਜਗ ਪੰਜਾਬੀ ਟੀਵੀ ਦੇਖਣ ਵਾਲੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਸਤਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਇੱਕ ਵਾਰੀ ਫਿਰ ਪ੍ਰੋਗਰਾਮ ਵਿਚਾਰ ਵਟਾਂਦਰਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ। ਜਿਵੇਂ ਤੁਸੀਂ ਜਾਣਦੇ ਹੈ ਕਿ ਵਿਦੇਸ਼ਾਂ ਦੇ ਵਿੱਚ, ਖਾਸ ਕਰਕੇ ਕੈਨੇਡਾ ਦੇ ਵਿੱਚ ਪਤੀ ਔਰ ਪਤਨੀ ਦੋਨਾਂ ਨੂੰ ਜਿਹੜਾ ਹੈਗਾ ਕਿ ਕੰਮ ਕਰਨਾ ਪੈਂਦਾ ਹੈਗਾ, ਜਾਂ ਕਹਿ ਲਈਏ ਕਿ ਜਿਹੜੀਆਂ ਔਰਤਾਂ ਹੈਗੀਆਂ ਉਹ ਵੀ ਹੀ ਬਰਾਬਰ 'ਤੇ ਜਿਹੜੇ ਹੈਗੇ ਨੇ ਕਿ ਕੰਮਕਾਰੀ ਔਰਤਾਂ ਨੇ, ਕੰਮ ਕਰਦੀਆਂ ਨੇ ਔਰ ਘਰ ਦੇ ਵਿੱਚ ਇੱਕ ਵੱਡੀ ਇਨਕਮ ਦਾ ਸਾਧਨ ਹੁੰਦੀਆਂ ਨੇ। ਪਰ ਇਹਨਾਂ ਨੂੰ ਕੀ ਜਿਹੜੀਆਂ ਦਿੱਕਤਾਂ ਦਾ ਸਾਹਮਣਾ ਕਰਨੇ ਪੈਂਦਾ, ਕਿਹੜੇ ਚੈਲੰਜਸ ਜਿਹੜੇ ਹੈਗੇ ਨੇ ਫੇਸ ਕਰਨੇ ਪੈਂਦੇ ਨੇ, ਉਹਦੇ 'ਤੇ ਆਪਾਂ ਅੱਜ ਗੱਲਬਾਤ ਕਰਾਂਗੇ। ਅਤੇ ਇਸ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਵਾਸਤੇ ਸਾਡੇ ਨਾਲ ਸ਼ਾਮਲ ਨੇ ਮੋਨਿਕਾ ਅਰੋੜਾ ਜੀ। ਅਤੇ ਮੋਨਿਕਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਇੱਥੇ ਮੈਂ ਦੱਸਣਾ ਚਾਹਾਂਗਾ ਕਿ ਮੋਨਿਕਾ ਅਰੋੜਾ ਕੈਲਗਰੀ ਦੀ ਜਾਣੀ ਪਛਾਣੀ ਜਿਹੜੇ ਸ਼ਖਸੀਅਤ ਨੇ। ਇਹ ਜਿੱਥੇ ਫਿਟਨੈਸ ਕੋਚ ਨੇ, ਉੱਥੇ ਵੈਲਨੈਸ ਕੋਚ ਅਤੇ ਮੈਡੀਟੇਸ਼ਨ ਕੋਚ ਵੀ ਨੇ, ਅਤੇ ਬਹੁਤ ਵਧੀਆ ਜਿਹੜਾ ਹੈਗਾ ਕਮਿਊਨਿਟੀ ਦੇ ਵਿੱਚ ਜਿਹੜਾ ਹੈਗਾ ਯੋਗਦਾਨ ਪਾ ਰਹੇ ਨੇ ਔਰ ਅਲੱਗ-ਅਲੱਗ ਵਿਸ਼ਿਆਂ ਦੇ ਜਾਣਕਾਰ ਵੀ ਨੇ। ਅਤੇ ਇਹਨਾਂ ਦੇ ਨਾਲ ਅੱਜ ਆਪਾਂ ਗੱਲਬਾਤ ਕਰਦੇ ਹਾਂ। ਅਤੇ ਮੋਨਿਕਾ, ਜਿਵੇਂ ਮੈਂ ਗੱਲ ਕੀਤੀ ਹੈਗੀ ਕਿ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਕੰਮ ਕਰਨਾ ਪੈਂਦਾ ਹੈਗਾ, ਹੈ ਨਾ? ਹਾਂਜੀ। ਅਤੇ ਹੁਣ ਜਿਵੇਂ ਆਮ ਤੌਰ 'ਤੇ ਪਰਸੈਪਸ਼ਨ ਹੁੰਦੀ ਹੈਗੀ ਆ, ਜਾਂ ਕਹ ਲਓ ਕਿ ਹੁੰਦਾ ਵੀ ਹੈਗਾ, ਐਕਚੁਅਲੀ ਪ੍ਰੈਕਟੀਕਲੀ ਵੀ ਹੁੰਦਾ ਵੀ ਘਰ ਵਿੱਚ ਜਿਹੜੀ ਹੈਗੀ ਔਰਤ ਦੀ ਬਹੁਤ ਲੋੜ ਹੁੰਦੀ ਹੈਗੀ ਆ। ਉਹਨੇ ਪੂਰੇ ਪਰਿਵਾਰ ਨੂੰ ਜਿਹੜਾ ਹੈਗਾ ਕਿ ਸੰਭਾਲਣਾ ਹੁੰਦਾ ਹੈਗਾ। ਪਰ ਖਾਸ ਕਰਕੇ ਆਪਾਂ ਅੱਜ ਕੈਨੇਡਾ ਦੇ ਆਲੇ ਦੁਆਲੇ ਦੀ ਗੱਲਬਾਤ ਆਪਣੀ ਰੱਖਦੇ ਹੈਗੇ, ਜਿਹੜੀਆਂ ਕੈਨੇਡਾ ਦੇ ਵਿੱਚ ਜਿਹੜੀਆਂ ਔਰਤਾਂ ਰਹਿੰਦੀਆਂ, ਖਾਸ ਕਰਕੇ ਆਪਣੀ ਜਿਹੜੀਆਂ ਇੰਡੀਅਨ ਓਰੀਜਨ ਦੀਆਂ, ਖਾਸ ਕਰਕੇ ਪੰਜਾਬੀ ਔਰਤਾਂ ਜਿਹੜੀਆਂ ਇੱਥੇ ਰਹਿੰਦੀਆਂ ਹੈਗੀਆਂ। ਅਤੇ ਕਿਉਂਕਿ ਸਾਡੀਆਂ ਖੁਆਇਸ਼ਾਂ ਵੱਡੀਆਂ ਹੈਗੀਆਂ ਅਤੇ ਘਰ ਵੱਡੇ ਵੱਡੇ ਗੱਡੀਆਂ ਵੱਡੀਆਂ ਰੱਖਣਾ ਚਾਹੁੰਦੇ ਹੈਗੇ ਆ ਅਤੇ ਖਰਚੇ ਜ਼ਿਆਦਾ ਨੇ। ਹਾਂਜੀ। ਅਤੇ ਔਰਤਾਂ ਜਿਹੜੀਆਂ ਹੈਗੀਆਂ ਕਿ ਉਹਨਾਂ ਨੂੰ ਬਰਾਬਰ ਦੀਆਂ ਜਿਹੜੀਆਂ ਹੈਗੀਆਂ ਕਿ ਹਿੱਸੇਦਾਰ ਹੁੰਦੀਆਂ ਹੈਗੀਆਂ ਇਨਕਮ ਦੇ ਤੌਰ 'ਤੇ, ਜੇ ਆਪਾਂ ਵੇਖੀਏ ਤਾਂ, ਹੈ ਨਾ? ਅਤੇ ਉਹਨਾਂ ਨੂੰ ਜਿਹੜੇ ਹੈਗੇ ਨੇ ਵੀ ਉਹ ਕਿਹੜੇ ਜਿਹੜੇ ਹੈਗੇ ਨੇ ਕਿ ਚੈਲੰਜਸ ਫੇਸ ਕਰਨੇ ਪੈਂਦੇ ਨੇ। ਜਿਵੇਂ ਤੁਸੀਂ ਮਤਲਬ ਹੁਣ ਫਿਟਨੈਸ ਸਟੂਡੀਓ ਚਲਾਉਂਦੇ ਹੈਗੇ ਹੋ, ਅਤੇ ਉਹਦੇ ਵਿੱਚ ਮੈਨੂੰ ਲੱਗਦਾ ਤੇ ਹੁਣ ਤੱਕ ਹਜ਼ਾਰਾਂ ਹੀ ਜਾਂ ਸੈਂਕੜੇ ਔਰਤਾਂ ਜਿਹੜੀਆਂ ਹੈਗੀਆਂ ਤੁਹਾਡੇ ਮਤਲਬ ਕਿ ਕੰਟੈਕਟ ਦੇ ਵਿੱਚ ਆਈਆਂ, ਜ਼ਰੂਰ ਆਪਣੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਵੀ ਹੈਗੇ ਨੇ। ਉਹਦੇ ਤੋਂ ਇਲਾਵਾ ਤੁਸੀਂ ਆਪ ਵੀ ਜਿਹੜੇ ਹੈਗੇ ਕਿ ਵਰਕਿੰਗ ਵੂਮਨ ਹੈਗੇ, ਠੀਕ ਹੈ? ਤੁਸੀਂ ਇੱਕ ਬਿਜ਼ਨਸ ਰਨ ਕਰਦੇ ਹੈਗੇ ਹੋ, ਪਹਿਲਾਂ ਜੋਬਸ ਵੀ ਕੀਤੇ ਹੋਣਗੇ। ਅਤੇ ਕਿਹੜੀਆਂ ਤੁਸੀਂ ਮੈਂ ਸਮਝਦੇ ਹੈਗੇ ਵੀ ਕਿਹੜੇ ਚੈਲੰਜਸ ਦਾ ਜਿਹੜਾ ਆਪਣੀਆਂ ਔਰਤਾਂ ਨੂੰ ਸਾਹਮਣਾ ਕਰਨਾ ਪੈਂਦਾ ਹੈਗਾ? ਮੇਰੇ ਹਿਸਾਬ ਨਾਲ ਆਈ ਥਿੰਕ ਚੈਲੰਜਸ ਦੋ ਤਰੀਕੇ ਦੇ ਆ। ਇੱਕ ਤਾਂ ਚੈਲੰਜਸ ਜਿਹੜੇ ਤੁਹਾਨੂੰ ਘਰ ਤੋਂ ਬਾਹਰ ਆਉਂਦੇ ਆ, ਜਦੋਂ ਤੁਸੀਂ ਜੌਬ ਤੇ ਜਾਂਦੇ ਹੋ ਜਾਂ ਤੁਸੀਂ ਬਿਜ਼ਨਸ ਰਨ ਕਰਦੇ ਹੋ ਨਾ, ਇੱਕ ਤਾਂ ਉਹ ਚੈਲੰਜਸ ਆ ਜਾਂਦੇ ਆ। ਇੱਕ ਚੈਲੰਜਸ ਆਉਂਦੇ ਆ ਜਿਹੜੇ ਤੁਹਾਨੂੰ ਘਰ ਦੇ ਵਿੱਚ ਆਉਂਦੇ ਆ, ਜਿਹੜਾ ਕਿ ਇੱਕ ਬੈਲੈਂਸ ਤੁਸੀਂ ਮੇਨਟੇਨ ਕਰਨਾ ਬਾਹਰ ਵਾਲੀ ਲਾਈਫ ਦਾ ਅਤੇ ਘਰ ਵਾਲੀ ਫੈਮਿਲੀ ਲਾਈਫ ਦਾ। ਦੋਵੇਂ ਤਰ੍ਹਾਂ ਦੇ ਚੈਲੰਜਸ ਆ। ਜਦੋਂ ਆਪਾਂ ਘਰ ਤੋਂ ਬਾਹਰ ਵਾਲੀ ਗੱਲ ਕਰਦੇ ਹਾਂ, ਉਹਦੇ ਵਿੱਚ ਆ ਜਾਂਦੇ ਆ ਕਿ ਪੇ ਇਕੁਅਲ ਨਹੀਂ ਹੈਗੀ, ਹੈ ਨਾ? ਹੁਣ ਜਿਹੜੇ ਆਪਾਂ ਸੈਕਟਰ ਦੇਖਦੇ ਹਾਂ, ਜਿਵੇਂ ਸਾਇੰਸ ਹੈ, ਟੈਕਨੋਲੋਜੀ ਹੈ, ਮੈਥਸ ਹੈ, ਜਾਂ ਆਪਾਂ ਲਈਏ ਕਿ ਜਿਵੇਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਨਵੀਂ ਹੁਣ ਆ ਰਹੀ ਹੈਗੀ ਨਾ, ਇਹ ਸਾਰੇ ਸੈਕਟਰਾਂ ਦੇ ਵਿੱਚ ਹਜੇ ਵਿਮਨ ਬਹੁਤ ਪਿੱਛੇ ਆ, ਹੈ ਨਾ? ਸੋ ਇਸ ਸੈਕਟਰਸ ਦੇ ਵਿੱਚ ਇਟਸ ਅ ਮੇਲ ਡੋਮੀਨੈਂਟ ਸੋਸਾਇਟੀ। ਹੁਣ ਇਹਦੇ ਵਿੱਚ ਜੇ ਕੋਈ 2-3 ਵਿਮਨ ਹੈਗੀਆਂ ਵੀ ਹੈ ਜਾਂ ਜਿਹੜੀ ਉਹਨਾਂ ਦੀ ਕੁਆਂਟੀਟੀ ਲੈਸ ਹੈ, ਉਹਨਾਂ ਲਈ ਅੱਗੇ ਵਧਣਾ ਇੱਕ ਬਹੁਤ ਵੱਡਾ ਚੈਲੰਜ ਹੈ। ਇੱਕ ਸਪੇਸ ਬਣਾਉਣੀ ਆਪਣੀ ਜਿਹੜੀ ਹੈਗੀ ਉਹ ਚੈਲੰਜ ਹੈਗੇ। ਇੱਕ ਉਹ ਚੈਲੰਜ ਸਪੇਸ ਬਣਾਉਣ ਦੀ ਕੋਸ਼ਿਸ਼ ਕਰਦੇ ਤੁਹਾਡੇ ਮਤਲਬ ਵੀ ਅਗੇਂਸਟ ਫੋਰਸਿਸ ਵੀ ਕੰਮ ਕਰਦੀਆਂ ਹੈਗੀਆਂ, ਕਿਉਂਕਿ ਆਪਾਂ ਕਹਿੰਦੇ ਹੈਗੇ ਕਿ ਮੈਨ ਜਿਹੜੀ ਹੈਗੀ ਹੈ ਡੋਮੀਨੇਟਡ ਸੋਸਾਇਟੀ ਹੈਗੀ ਹੈ, ਜਾਂ ਵਰਕ ਪਲੇਸਿਸ ਜਿਹੜੀਆਂ ਹੈਗੀਆਂ ਉਹ ਮੈਨ ਓਰੀਐਂਟਡ ਜਾਂ ਮੈਨ ਕੰਟਰੋਲਡ ਹੈਗੀਆਂ। ਤੇ ਉਹ ਵੀ ਉੱਥੇ ਉਹਨਾਂ ਨੂੰ ਮਤਲਬ ਜਿਹੜਾ ਹੈਗਾ ਸਪੇਸ ਬਣਾਉਣ ਵਾਸਤੇ ਚੈਲੰਜ ਫੇਸ ਕਰਨਾ ਪੈਂਦਾ। ਐਗਜ਼ੈਕਟਲੀ। ਤੁਹਾਨੂੰ ਇੱਕ ਆਪਣਾ ਵਜੂਦ ਬਣਾਉਣ ਲਈ, ਨਾਮ ਬਣਾਉਣ ਲਈ, ਜਾਂ ਇੱਕ ਸੈਕਟਰ ਦੇ ਵਿੱਚ ਅੱਗੇ ਵਧਣ ਲਈ ਤੁਹਾਨੂੰ ਬਹੁਤ ਪ੍ਰੋਬਲਮਸ ਫੇਸ ਕਰਨੀਆਂ ਪੈਂਦੀਆਂ। ਉਹਦੇ 'ਚ ਤੁਹਾਡੀ ਪੇ ਸਕੇਲ ਦਾ ਇਸ਼ੂ ਆ ਜਾਂਦਾ, ਰੇਸਿਜ਼ਮ ਦਾ ਵੀ ਇਸ਼ੂ ਆਉਂਦਾ। ਈਵਨ ਜੇ ਆਪਾਂ ਕਹਿ ਲਈਏ ਕਿ ਹੋਰ ਕਮਿਊਨਿਟੀਆਂ ਤੋਂ ਨਹੀਂ, ਆਪਣੀ ਕਮਿਊਨਿਟੀ 'ਚ ਬਹੁਤ ਜ਼ਿਆਦਾ ਇੱਕ ਦੂਜੇ ਦੇ ਲੱਤਾਂ ਖਿੱਚਦੇ ਆਪਾਂ ਕਿ ਇਹ ਅੱਗੇ ਨਾ ਵੱਧ ਜੇ। ਪਰ ਕਿਤੇ ਨਾ ਕਿਤੇ ਆਪਾਂ ਇਹ ਭੁੱਲ ਜਾਂਦੇ ਹਾਂ ਕਿ ਉਹਦਾ ਫਾਇਦਾ ਸਾਰੀ ਕਮਿਊਨਿਟੀ ਨੂੰ ਹੋਣਾ, ਉਹਦਾ ਫਾਇਦਾ ਸਿਰਫ ਇੱਕ ਬੰਦੇ ਨੂੰ ਨਹੀਂ ਹੋਣਾ। ਹਾਂ, ਅੱਜ 50-60 ਡਾਲਰ ਉਹਨੂੰ ਵੱਧ ਮਿਲ ਗਏ, ਇੱਕ ਬੋਨਸ ਵੱਧ ਮਿਲ ਗਿਆ, ਉਹ ਬਹੁਤ ਛੋਟੀਆਂ ਚੀਜ਼ਾਂ। ਬਟ ਜੇ ਆਪਾਂ ਓਵਰਆਲ ਆਪਾਂ ਕਮਿਊਨਿਟੀ ਦਾ ਵਾਧਾ ਦੇਖੀਏ ਤਾਂ ਆਪਾਂ ਨੂੰ ਮੈਨ ਐਂਡ ਵਿਮਨ ਨੂੰ ਇਕੱਠੇ ਬਰਾਬਰ ਤੇ ਚੱਲਣਾ ਜ਼ਰੂਰੀ ਹੈ। ਬਿਲਕੁਲ। ਜਿਵੇਂ ਹੁਣ ਆਪਾਂ ਵਿਦੇਸ਼ 'ਚ ਰਹਿੰਦੇ ਹੈਗੇ ਆ ਅਤੇ ਇੱਥੇ ਮੈਂ ਕਿ ਜਿਹੜੀ ਇਕੋਨਮੀ ਹੁੰਦੀ ਹੈ, ਪੈਸਾ ਹੁੰਦਾ ਹੈਗਾ ਨਾ, ਉਹਦੇ ਨਾਲ ਵੀ ਕਮਿਊਨਿਟੀ ਦੀ ਸਟਰੈਂਥ ਵੀ ਬਣਦੀ ਹੈਗੀ ਹੈ। ਮੰਨ ਲਓ ਜੇ ਆਪਣੀਆਂ ਜਿਹੜੀਆਂ ਪੰਜਾਬੀ ਔਰਤਾਂ ਮੈਂ ਦੇਖਿਆ ਖਾਸ ਕਰਕੇ ਕੰਮ ਕਰਦੀਆਂ ਹੈਗੀਆਂ, ਤਾਂ ਦੈਟ ਮੀਨਸ ਕਿ ਇੱਕ ਇਕਨੋਮਿਕ ਸਟਰੈਂਥ ਦੇ ਤੌਰ 'ਤੇ ਵੀ ਉਹ ਬਾਕੀਆਂ ਨਾਲੋਂ ਆਪਾਂ ਥੋੜ੍ਹੇ ਅੱਗੇ ਹੈਗੇ ਆ। ਜੇ ਆਪਾਂ ਇੱਕ ਉਹ ਮਤਲਬ ਹਾਊਸ ਹੋਲਡ ਦੀ ਇਨਕਮ ਦੀ ਗੱਲ ਕਰੀਏ ਤਾਂ ਹਸਬੈਂਡ ਵਾਈਫ ਦੋਨਾਂ ਦੀ ਮਿਲਾ ਕੇ ਆਪਣੀ ਕਮਿਊਨਿਟੀ ਦੀ ਐਵਰੇਜ ਦੇ ਨਾਲੋਂ ਜ਼ਿਆਦਾ ਹੈਗੀ ਆ। ਤਾਂ ਇਹਦਾ ਮਤਲਬ ਕਿ ਆਪਾਂ ਪੈਸੇ ਜਿਹੜੇ ਵੀ ਕਮਾਉਂਦੇ ਹੈਗੇ ਤਾਂ ਉਹਦਾ ਮਤਲਬ ਸਾਡੀ ਕਮਿਊਨਿਟੀ ਦੇ ਤੌਰ 'ਤੇ ਵੀ ਉਹਨੂੰ ਫਾਇਦਾ ਹੁੰਦਾ। ਉਹਦੇ ਵਿੱਚ ਇਹ ਦੇਖੋ ਨਾ, ਹੁਣ ਜਦੋਂ ਇੱਕ ਹਸਬੈਂਡ ਐਂਡ ਵਾਈਫ ਦੋਨੋਂ ਕਮਾ ਰਹੇ ਆ, ਹੁਣ ਜੇ ਤੁਸੀਂ ਅੱਜ ਕੱਲ੍ਹ ਦੀ ਮਹਿੰਗਾਈ ਦੇਖੋ, ਬਹੁਤ ਜ਼ਿਆਦਾ ਹਰ ਇੱਕ ਚੀਜ਼ ਐਕਸਪੈਂਸਿਵ ਹੈ, ਹੈ ਨਾ? ਉਦੋਂ ਉੱਪਰ ਇਹ ਹੈ ਕਿ ਜੇ ਆਪਾਂ ਇੰਡੀਆ ਛੱਡ ਕੇ ਇੱਥੇ ਆਏ ਹਾਂ ਤਾਂ ਆਪਾਂ ਕੁਆਲਿਟੀ ਆਫ ਲਾਈਫ ਲਈ ਆਏ ਹਾਂ ਕਿ ਮੇਰੀ ਲਾਈਫ ਵਧੀਆ ਹੋਵੇ, ਹੈ ਨਾ?
ਉਸ ਚੀਜ਼ ਲਈ ਆਪਾਂ ਕਹਿੰਦੇ ਹਾਂ ਕਿ ਪੈਸਾ ਜਿਹੜਾ ਉਹ ਜ਼ਰੂਰੀ ਨਹੀਂ। ਮੈਂ ਇਹ ਕਹਿੰਦੀ ਹਾਂ ਕਿ ਪੈਸਾ ਜ਼ਰੂਰਤਾਂ ਲਈ ਜ਼ਰੂਰੀ ਆ। ਹੁਣ ਤੁਹਾਡੀ ਜ਼ਰੂਰਤ ਕਿੱਥੇ ਖੜਦੀ ਆ, ਉਸ ਹਿਸਾਬ ਨਾਲ ਤੁਹਾਡੀ ਇਨਕਮ ਦੀ ਰੇਂਜ ਆਉਣੀ ਆ, ਹੈਨਾ। ਕੁਝ ਲੋਕ ਸੈਟੀਸਫਾਈ ਹੈ ਕਿ ਮੇਰੇ ਕੋਲ ਮੇਰਾ ਘਰ ਹੈਗਾ, ਮੇਰੀ ਗੱਡੀ ਹੈਗੀ, ਮੈਂ ਆਰਾਮ ਦੀ ਜ਼ਿੰਦਗੀ ਜੀ ਰਿਹਾ, ਮੈਂ ਖੁਸ਼ ਹਾਂ। ਕਈਆਂ ਦੇ ਗੋਲ ਵੱਡੇ ਆ, ਹੈਨਾ। ਹੁਣ ਜਦੋਂ ਤੁਹਾਡੇ ਗੋਲ ਵੱਡੇ ਹੁੰਦੇ ਆ ਤਾਂ ਉਹਦੇ 'ਚ ਫਿਰ ਨਾਲ ਸੈਕਰੀਫਾਈਸ ਵੀ ਆਉਂਦਾ। ਉਹ ਸੈਕਰੀਫਾਈਸ ਕਈ ਵਾਰ ਆਉਂਦਾ ਇਨ ਟਰਮਸ ਆਫ ਰਿਲੇਸ਼ਨਸ਼ਿਪ, ਕਈ ਵਾਰੀ ਆਉਂਦਾ ਤੁਸੀਂ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ, ਕਈ ਵਾਰੀ ਇਹ ਆਉਂਦਾ ਕਿ ਤੁਹਾਡੇ 5 ਤੋਂ 8 ਸਾਲ ਜਿਹੜੇ ਜਵਾਨੀ ਵਾਲੇ ਕਹਿ ਲਓ ਜਾਂ 25 ਤੋਂ 35 ਜਿਹੜਾ ਉਹ ਟਾਈਮ ਹੁੰਦਾ ਜਿੱਥੇ ਤੁਹਾਡੇ 'ਚ ਐਨਰਜੀ ਹੁੰਦੀ ਹੈ, ਤੁਸੀਂ ਉਹ ਸਾਰੇ ਤੁਹਾਡੀ ਲਾਈਫ ਨੂੰ ਬਿਲਡ ਕਰਨ 'ਚ ਲੱਗ ਜਾਂਦੇ ਆ। ਉਹ ਵੀ ਇੱਕ ਸੈਕਰੀਫਾਈਸ ਆ ਜਿਹੜਾ ਤੁਸੀਂ ਟਾਈਮ ਦਾ ਦਿੰਦੇ ਆ, ਹੈਨਾ। ਹੁਣ ਜਦੋਂ ਆਪਾਂ ਵੂਮਨ ਨੂੰ ਦੇਖਦੇ ਆ, ਚਲੋ ਲੈਟਸ ਸੇ ਜੋ 8 ਤੋਂ 10 ਘੰਟੇ ਘਰ ਜੌਬ ਕਰਕੇ ਆਈ, ਹੈਨਾ। ਹੁਣ ਘਰੇ ਆ ਕੇ ਉਹਨੇ ਕੁਕਿੰਗ ਵੀ ਕਰਨੀ ਆ, ਉਹਨੇ ਸੱਸ ਸਹੁਰੇ ਨੂੰ ਵੀ ਦੇਖਣਾ, ਉਹਨੇ ਬੱਚਿਆਂ ਦੀ ਪੜ੍ਹਾਈ ਵੀ ਦੇਖਣੀ ਆ, ਉਹਨੇ ਉਹਨਾਂ ਨੂੰ ਵੀ ਟਾਈਮ ਦੇਣਾ। ਇਹ ਸਾਰਾ ਬੈਲੈਂਸ ਹੈ ਨਾ ਜਿਹੜਾ ਆਊਟਰ ਤੇ ਇਨਰ ਲਾਈਫ ਦਾ। ਤੇ ਫਿਰ ਮੀ ਟਾਈਮ ਹੈ ਜਿਹੜਾ ਕਿ ਮੈਨੂੰ ਵੀ ਟਾਈਮ ਚਾਹੀਦਾ, ਮੈਨੂੰ ਵੀ ਥੋੜੀ ਰੈਸਟ ਚਾਹੀਦੀ ਹੈ। ਇਹ ਬੈਲੈਂਸ ਹੈ ਜਿਹੜਾ ਉਹ ਮੈਨੇਜ ਨਹੀਂ ਹੋ ਪਾ ਰਿਹਾ। ਕਈ ਵਾਰੀ ਮੈਂ ਦੇਖਿਆ ਹੈਗਾ, ਜਿਵੇਂ ਤੁਸੀਂ ਸੈਲਫ ਦੀ ਗੱਲ ਕੀਤੀ, ਉਹ ਬੜਾ ਵਧੀਆ ਪੁਆਇੰਟ ਹੈਗਾ ਕਿ ਕਈ ਵਾਰੀ ਹੁੰਦਾ ਕਿ ਆਪਾਂ ਜਿਹੜਾ ਟਾਈਮ ਸਾਡੇ ਕੋਲ ਮਤਲਬ 24 ਘੰਟੇ ਮਿਲਦੇ ਨੇ, ਆਪਾਂ ਸੌਣਾ ਵੀ ਹੁੰਦਾ ਹੈਗਾ, ਬਾਕੀ ਕੰਮ ਵੀ ਕਰਨੇ ਹੁੰਦੇ ਨੇ, ਤੇ ਉਹਦੇ ਤੋਂ ਇਲਾਵਾ ਜੇ ਆਪਾਂ ਬਾਹਰ ਕਿਤੇ ਜੌਬ ਕਰਦੇ ਹੈਗੇ ਆ, ਉਸ ਤੋਂ ਬਾਅਦ 'ਚ ਫਿਰ ਆ ਕੇ ਔਰਤ ਜਿਹੜੀ ਹੈਗੀ ਆ ਉਹਨੂੰ ਘਰ ਦੇ ਵਿੱਚ ਜਿਹੜਾ ਹੈਗਾ ਕੰਮ ਕਰਨਾ ਪੈਂਦਾ ਹੈਗਾ। ਹਸਬੈਂਡ ਦਾ ਟੀਵੀ ਦਾ ਰਿਮੋਟ ਮੈਂ ਦੇਖਿਆ ਵੀ ਨੱਪ ਲੇਗਾ, ਜਾਂ ਮੇਰੇ ਵਰਗਾ ਕੋਈ ਕਿਤਾਬ ਪੜ੍ਹ ਲੇਗਾ, ਵੀ ਆਪਾਂ ਤੇ ਵੇਟ ਕਰਦੇ ਵੀ ਹੁਣ ਖਾਣਾ ਬਣਦਾ, ਫਿਰ ਹੁਣ ਜਦ ਮੈਂ ਬੁੱਕ ਪੜ੍ਹਦਾ ਜਾਂ ਟੀਵੀ ਦੇਖ ਲੈਣਾ ਜਾਂ ਕੁਛ ਮਤਲਬ ਫੋਨ ਤੇ ਗੱਪਾਂ ਮਾਰ ਲਈਆਂ ਹਨ। ਤਾਂ ਦੈਟ ਮੀਨਸ ਕਿ ਜਿਹੜੀ ਔਰਤ ਹੈਗੀ ਉਹ ਬਾਹਰ ਵੀ ਕੰਮ ਕਰਦੀ ਹੈ, ਕਿ ਉਹਨੂੰ ਘਰ ਵੀ ਕੰਮ ਕਰਦਾ। ਤਾਂ ਸੈਲਫ ਵਾਸਤੇ ਜਿਹੜੀ ਗੱਲ ਆਪਾਂ ਕਰਦੇ ਹੈਗੇ ਵੀ ਉਹ ਵੀ ਇੱਕ ਮਿਸਿੰਗ ਰਹਿੰਦਾ ਹੈਗਾ ਕਿ ਆਪਣੀ ਉਹ ਸੈਲਫ ਡਿਵੈਲਪਮੈਂਟ ਵਾਸਤੇ ਜੋ ਅਸੀਂ ਉਹਨੇ ਕੁਝ ਪੜ੍ਹਨਾ ਹੈਗਾ ਜਾਂ ਕੋਈ ਕੋਰਸ ਕਰਨਾ ਜਾਂ ਸਟੱਡੀ ਕਰਨੀ ਹੈ, ਜਾਂ ਈਵਨ ਵੈਸੇ ਵੀ ਕੋਈ ਨੇ ਮਤਲਬ ਸੈਲਫ ਹੈਲਪ ਬੁੱਕ ਪੜ੍ਹਨੀ ਹੈ ਜਾਂ ਲਿਟਰੇਚਰ ਵੀ ਪੜ੍ਹਨਾ, ਤਾਂ ਉਹ ਨਹੀਂ ਪੜ੍ਹ ਪਾਉਂਦੀ। ਤੇ ਉਹਦੇ ਨਾਲ ਜਿਹੜਾ ਹੈਗਾ ਕਿ ਉਹਨੂੰ ਸੈਲਫ ਵਾਸਤੇ ਵੀ ਜਿਹੜਾ ਹੈਗਾ ਸੈਕਰੀਫਾਈਸ ਕਰਨਾ ਪੈਂਦਾ ਹੈ। ਯੈਸ, ਐਂਡ ਆਈ ਥਿੰਕ ਇਹਦਾ ਡੀਪ ਜੇ ਆਪਾਂ ਇਹਨੂੰ ਦੇਖੀਏ ਤਾਂ ਆਪਾਂ ਨੂੰ ਰੀਡਿਫਾਈਨ ਕਰਨਾ ਚਾਹੀਦਾ ਵੀ ਐਕਚੁਅਲੀ ਮੈਰਿਜ ਦਾ ਮਤਲਬ ਕੀ ਆ। ਮੈਰਿਜ ਦਾ ਮਤਲਬ ਇਹ ਹੈ ਕਿ ਦੋ ਜਣੇ ਕਮ ਟੂਗੈਦਰ, ਤੁਸੀਂ ਆਪਦੀ ਲਾਈਫ ਬਿਲਡ ਕਰਦੇ ਹੋ, ਹੈਨਾ। ਹੁਣ ਉਹਦੇ 'ਚ ਜੇ ਵਾਈਫ ਘਰੇ ਰੋਟੀ ਬਣਾ ਰਹੀ ਹੈ ਜਾਂ ਸਾਰਾ ਕੁਝ ਉਹ ਕਰ ਰਹੀ ਹੈ, ਤਾਂ ਉਹਦੇ ਵਿੱਚ ਬਰਾਬਰ ਦੂਸਰੇ ਪਾਰਟਨਰ ਦੀ ਵੀ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਮੈਂ ਇਹਨੂੰ ਇਹਨਾਂ ਕੰਮਾਂ 'ਚ ਹੈਲਪ ਕਰਾਂ। ਕਿਉਂਕਿ ਜੇ ਹੁਣ ਵਿਮਨ ਤੁਹਾਡੇ ਨਾਲ ਬਰਾਬਰ ਤੇ ਖੜ ਕੇ ਪੈਸਾ ਘਰੇ ਲੈ ਕੇ ਆ ਰਹੀ ਹੈ, ਜਿਹੜਾ ਕਿ ਪੁਰਾਣੇ ਟਾਈਮ ਦੇ ਵਿੱਚ ਮੇਲ ਦਾ ਕੰਮ ਹੁੰਦਾ ਸੀ, ਅੱਜ ਉਹ ਬਰਾਬਰ ਤੇ ਖੜ ਰਹੀ ਹੈ, ਤਾਂ ਆਪਣੀ ਐਜ਼ ਅ ਮੈਨ ਵੀ ਡਿਊਟੀ ਬਣਦੀ ਹੈ ਕਿ ਆਪਾਂ ਉਹਨੂੰ ਉਹਨਾਂ ਕੰਮਾਂ ਦੇ ਵਿੱਚ ਹੈਲਪ ਕਰੀਏ। ਕਿਉਂਕਿ ਐਟ ਦ ਐਂਡ ਆਫ ਦ ਡੇ ਘਰ ਆਪਣਾ, ਬੱਚੇ ਵੀ ਆਪਣੇ, ਆਪਾਂ ਇਕੱਠੇ ਰਲ ਕੇ ਇਹਨੂੰ ਸਕਸੈਸ ਬਣਾਉਣੇ ਆ, ਆਪਣੀ ਫੈਮਿਲੀ ਨੂੰ ਸਕਸੈਸ ਆਪਾਂ ਦਵਾਣੀ ਹੈਗੀ ਤਾਂ ਰਲ ਕੇ ਦਵਾ ਸਕਦੇ ਹੈਗੇ। ਹਾਂਜੀ, ਐਂਡ ਪਲੱਸ ਜੇ ਉਹਦੇ ਕੋਲ ਤੁਹਾਡੀ ਸਪੋਰਟ ਹੈ ਨਾ, ਤੁਹਾਡੀ ਲਾਈਫ ਰੁਕਣੀ ਨਹੀਂ, ਤੁਹਾਡੇ ਘਰੇ ਲੜਾਈ ਨਹੀਂ ਹੋਣੀ, ਤੁਹਾਡੇ ਘਰੇ ਕਲੇਸ਼ ਨਹੀਂ ਹੋਣਾ, ਬਿਕਾਜ਼ ਉਹਨੂੰ ਆਪਦਾ ਟਾਈਮ ਮਿਲ ਰਿਹਾ ਜੀ, ਐਂਡ ਤੁਸੀਂ ਐਜ਼ ਅ ਸਪੋਰਟ ਉਹਦੇ ਨਾਲ ਖੜੇ ਹੋ ਜੀ। ਇਸ ਵਿੱਚ ਆਪਣੀ ਕਮਿਊਨਿਟੀ 'ਚ ਥੋੜਾ ਜਿਹਾ ਆਉਣਾ ਜ਼ਰੂਰੀ ਹੈ ਜੀ। ਇੱਕ ਜਿਹੜੀ ਆਪਾਂ ਉਹਨਾਂ ਨੂੰ ਥੋੜੇ ਜਿਹਾ ਦੋ ਸੈਗਮੈਂਟ ਦੇ ਵਿੱਚ ਵੰਡ ਕੇ ਦੇਖਦੇ ਹੈਗੇ ਵੀ ਜਿਹੜੀਆਂ ਔਰਤਾਂ ਕੁਝ ਹੈਗੇ ਵੀ ਜਿਹੜਾ ਵੀ ਘਰ ਉਹਨਾਂ ਦਾ ਰਹਿਣਾ ਜ਼ਰੂਰੀ ਹੈਗਾ ਬੱਚੇ ਛੋਟਿਆਂ ਦੇ ਕਰਕੇ, ਜਾਂ ਕਈ ਵਾਰੀ ਪੇਰੈਂਟਸ ਨੂੰ ਲੋੜ ਹੁੰਦੀ ਹੈ ਕਿ ਵੀ ਉਹਨਾਂ ਦੇ ਜਿਹੜੇ ਵੀ ਪੇਰੈਂਟਸ ਹੁੰਦੇ ਉਹਨਾਂ ਨੂੰ ਲੋੜ ਹੁੰਦੀ ਹੈ, ਉਹਦੇ ਕਰਕੇ ਵੀ ਘਰ ਰਹਿਣਾ ਪੈਂਦਾ ਹੈਗਾ। ਜਾਂ ਕਈ ਵਾਰੀ ਕੀ ਹੁੰਦਾ ਕੋਈ ਬਿਜ਼ਨਸਮੈਨ ਹੈਗਾ ਤਾਂ ਉਹਦੀ ਅੱਛੀ ਖਾਸੀ ਉਹਦੀ ਇਨਕਮ ਹੈਗੀ, ਉਹ ਚਾਹੁੰਦੇ ਨਹੀਂ ਹੈਗਾ ਵੀ ਆਪਾਂ ਨੂੰ ਲੋੜ ਨਹੀਂ ਹੈਗੀ ਕਿ ਲੇਡੀਜ਼ ਜਿਹੜੀ ਕਿ ਵੀ ਫੈਮਿਲੀ ਦੇਖੇ ਆਪਣੀ, ਇਸ ਕਰਕੇ ਕਈ ਵਾਰੀ ਨਹੀਂ ਵੀ ਕਰਦੇ ਹੈਗੇ ਕੰਮ। ਪਰ ਕਈ ਵਾਰੀ ਕਰਨਾ ਵੀ ਪੈਂਦਾ ਹੈਗਾ, ਕਈ ਵਾਰੀ ਪੈਸਾ ਕਰਕੇ ਕਰਨਾ ਪੈਂਦਾ, ਕਈ ਵਾਰੀ ਹੁੰਦਾ ਕਿ ਔਰਤ ਦੀ ਜਿਹੜੀ ਹੈਗੀ ਕਿ ਇੱਛਾ ਹੁੰਦੀ ਕਿ ਮੈਂ ਵੀ ਜਾਵਾਂ, ਚਾਹ ਹੁੰਦਾ ਕਿ ਮੈਂ ਵੀ ਜਿਹੜਾ ਵੀ ਕਰਾਂ, ਜਾਂ ਮੈਨੂੰ ਮਾਪਿਆਂ ਨੇ ਪੜ੍ਹਾਇਆ ਹੈਗਾ ਤਾਂ ਮੈਂ ਉਹਨੂੰ ਜਿਹੜਾ ਹੈਗਾ ਕਿ ਕੁਛ ਨਾ ਕੁਛ ਉਹਦੇ ਤੋਂ ਉਹਦਾ ਫਾਇਦਾ ਉਠਾਵਾਂ, ਜਾਂ ਕਮਿਊਨਿਟੀ ਨੂੰ ਮਤਲਬ ਵਾਪਸ ਦੇਣ। ਮੰਨ ਲਓ ਟੀਚਰ ਕਿਸੇ ਨੇ B.Ed ਕੀਤੀ ਮੰਨ ਲਓ, ਹੈ ਨਾ, ਤਾਂ B.Ed ਦਾ ਤਾਂ ਹੀ ਫਾਇਦਾ ਜੇ ਆਪਾਂ ਜਾ ਕੇ ਕਮਿਊਨਿਟੀ ਦੇ ਬੱਚਿਆਂ ਨੂੰ ਪੜ੍ਹਾਈਏ ਤੇ, ਹੈ ਨਾ, ਤਾਂ ਹੀ ਉਹਦਾ ਫਾਇਦਾ, ਨਹੀਂ ਤਾਂ ਪੜ੍ਹਨ ਦਾ ਕੀ ਫਾਇਦਾ ਹੋਇਆ ਨਾ। ਜਾਂ ਤੁਸੀਂ ਡਾਕਟਰ ਸੀ ਤੇ ਜੇ ਤੁਸੀਂ ਹੁਣ ਪ੍ਰੈਕਟਿਸ ਨਹੀਂ ਕਰਦੇ ਹੈਗੇ ਤਾਂ ਫਿਰ ਉਹਦਾ ਫਾਇਦਾ ਕੀ ਹੋਇਆ। ਤਾਂ ਜੋ ਤੁਹਾਡੀ ਐਜੂਕੇਸ਼ਨ ਹੈ, ਮਤਲਬ ਜੇ ਆਪਾਂ ਕਮਿਊਨਿਟੀ ਵਿੱਚ ਜਾ ਕੇ, ਜ਼ਰੂਰੀ ਨਹੀਂ ਕਿ ਪੈਸੇ ਵਾਸਤੇ ਕੰਮ ਕਰਨਾ ਪੈਂਦਾ, ਇਹ ਵੀ ਹੈਗਾ ਕਿ ਆਪਾਂ ਕਮਿਊਨਿਟੀ ਨੂੰ ਮਤਲਬ ਬੈਟਰ ਬਣਾਉਣ ਵਾਸਤੇ ਆਪਣਾ ਯੋਗਦਾਨ ਪਾਉਂਦੇ ਹੈਗੇ ਹਨ। ਤੇ ਹੁਣ ਇਹਦੇ ਵਿੱਚ ਨਾ ਦੋ ਤਰ੍ਹਾਂ ਦੇ ਆ ਜਾਂਦੇ ਹੈਗੇ ਸੈਗਮੈਂਟ। ਇੱਕ ਤਾਂ ਹੁੰਦੇ ਜਿਹੜੀਆਂ ਆਪਾਂ ਐਮਪਲਾਈ ਦੇ ਤੌਰ ਤੇ ਔਰਤਾਂ ਬਾਹਰ ਕੰਮ ਕਰਦੀਆਂ, ਵੀ ਆਪਾਂ ਉਹਦੀ ਗੱਲ ਕਰਾਂਗੇ ਕਿ ਉਹਨਾਂ ਨੂੰ ਕਿਹੜੇ ਚੈਲੰਜਸ ਫੇਸ ਕਰਨੇ ਪੈਂਦੇ। ਦੂਜੇ ਦੇ ਵਿੱਚ ਆਪਾਂ ਇਹ ਗੱਲ ਕਰ ਸਕਦੇ ਹੈਗੇ ਆ ਕਿ ਜਿਹੜੀਆਂ ਮਤਲਬ ਬਿਜ਼ਨਸ ਵੂਮਨ ਹੈਗੀਆਂ, ਜਿਹੜੀਆਂ ਆਪਣਾ ਬਿਜ਼ਨਸ ਰਨ ਕਰਦੀਆਂ, ਕੋਈ ਭਾਵੇਂ ਬੁਟੀਕ ਹੈ ਜਾਂ ਕਿਸੇ ਤਰ੍ਹਾਂ ਦਾ, ਹਰ ਤਰ੍ਹਾਂ ਦੇ ਬਿਜ਼ਨਸ ਵਿੱਚ ਹੈਗੀਆਂ ਔਰਤਾਂ, ਤੇ ਉਹਨਾਂ ਦੇ ਦੋਨਾਂ ਦਾ ਵੀ ਕੀ ਉਹਨਾਂ ਦੇ ਵੱਖਰੇ ਵੱਖਰੇ ਚੈਲੰਜ ਆਉਂਦੇ ਹੈਗੇ ਨੇ।
ਆਈ ਥਿੰਕ ਜਿਹੜਾ ਮੇਰੇ ਹਿਸਾਬ ਨਾਲ ਰਾਈਟ ਨਾਓ ਜਦੋਂ ਆਪਾਂ ਔਮਨ ਨੂੰ ਕਲਾਸੀਫਾਈ ਕਰਦੇ ਹਾਂ ਨਾ, ਰਾਈਟ ਨਾਓ 3 ਤਰੀਕੇ 'ਚ ਅਸੀਂ ਵੰਡੇ ਗਏ ਹਾਂ, ਹਨਾ। ਪਹਿਲਾ ਤਾਂ ਇਹ ਹੈ ਕਿ ਔਮਨ ਜਿਹੜੀ ਚਾਹੁੰਦੀ ਹੈ ਵਿਲਿੰਗਲੀ ਕਿ ਮੈਂ ਘਰ ਰਵਾਂ, ਮੈਂ ਆਪਣੇ ਬੱਚਿਆਂ ਦੀ ਟੇਕ ਕੇਅਰ ਕਰਾਂ, ਮੈਂ ਆਪਣੇ ਹਸਬੈਂਡ ਦੀ ਟੇਕ ਕੇਅਰ ਕਰਾਂ, ਐਂਡ ਦੈਟਸ ਓਕੇ, ਹਨਾ। ਅਬੇ ਇਨਕਮ ਦੀ ਰਿਕੁਆਇਰਮੈਂਟ ਨਹੀਂ ਹੈ, ਇਨਕਮ ਦੀ ਰਿਕੁਆਇਰਮੈਂਟ ਹੈ ਨਹੀਂ ਆਪਾਂ ਨੂੰ, ਆਪਾਂ ਲਾਈਕ ਠੀਕ ਹੈ ਵੀ ਆਰ ਗੁੱਡ, ਹਨਾ। ਔਰ ਉਹ ਚਾਹੁੰਦੀ ਆ, ਉਹਦਾ ਮਨ ਉੱਥੇ ਖੁਸ਼ ਹੁੰਦਾ, ਉਹ ਇੱਕ ਕੈਟੇਗਰੀ ਆ ਜਾਂਦੀ ਹੈ, ਓਕੇ ਹੈਗੀ ਉਹ ਕਰ ਸਕਦੀ ਹੈ, ਹਾਂਜੀ, ਹਨਾ। ਸੈਕਿੰਡ ਕੈਟੇਗਰੀ ਆ ਜਾਂਦੀ ਹੈ ਜਿੱਦਾਂ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਆਪਾਂ ਇੰਨੀ ਐਜੂਕੇਸ਼ਨ ਕੀਤੀ, ਇੰਨੀ ਸਟੱਡੀ ਕੀਤੀ, ਹੁਣ ਉਹ ਜਜ਼ਬਾ ਲੈ ਕੇ ਇੱਕ ਔਰਤ ਜਿਹੜੀ ਆਉਂਦੀ ਹੈ, ਜਿਹੜੀ ਕਹਿੰਦੀ ਕਿ ਮੈਂ ਜ਼ਿੰਦਗੀ 'ਚ ਕੁਝ ਕਰਨਾ, ਹਨਾ। ਉਹਦਾ ਮੇਨ ਫੋਕਸ ਹੈ ਕਿ ਮੈਂ ਲਾਈਫ 'ਚ ਅੱਗੇ ਵਧਣਾ, ਹਨਾ। ਉਹ ਇੱਕ ਬਿਜ਼ਨਸ ਦੀ ਗਰੋਥ ਹੋ ਸਕਦੀ ਹੈ, ਕਮਿਊਨਿਟੀ ਨੂੰ ਚੇਂਜ ਕਰਨਾ ਹੋ ਸਕਦਾ, ਜੋ ਵੀ ਉਹਦਾ ਗੋਲ ਹੈ। ਇਹ ਸੈਕਿੰਡ ਕੈਟੇਗਰੀ ਆ ਜਾਂਦੀ ਆ। ਹੁਣ ਜਦੋਂ ਆਪਾਂ ਇਸ ਕੈਟੇਗਰੀ ਦੇ ਵਿੱਚ ਆ ਤੇ ਜੇ ਆਪਣਾ 80-70% ਧਿਆਨ ਇੱਧਰ ਆ ਤਾਂ ਉਹੀ ਆਪਣਾ ਫੈਮਿਲੀ ਵੱਲ ਧਿਆਨ ਹੈ ਜਿਹੜਾ ਉਹ ਘੱਟ ਜਾਣਾ, ਹਨਾ। ਉਹ ਬੈਲੈਂਸ ਹੈ ਜਿਹੜਾ ਜ਼ਰੂਰੀ ਹੈ ਮੇਨਟੇਨ ਕਰਨਾ। ਤੀਜੀ ਕੈਟੇਗਰੀ ਆ ਜਾਂਦੀ ਹੈ ਜਿਹਦੇ 'ਚ ਵਿਮਨ ਘਰੇ ਵੀ ਸਾਰਾ ਕੁਝ ਦੇਖਦੀ ਆ ਤੇ ਬਾਹਰ ਜਾ ਕੇ ਜੌਬ ਵੀ ਕਰਦੀ ਆ, ਹਨਾ। ਸੋ ਆਈ ਪਰਸਨਲੀ ਫੀਲ ਕਿ ਜਿਹੜੀ ਆਪਣੀ ਤੀਸਰੀ ਕੈਟੇਗਰੀ ਆ ਇਹਦੇ 'ਚ ਵਿਮਨ ਤੇ ਲੋਡ ਹੈ ਜਿਹੜਾ ਉਹ ਬਹੁਤ ਜ਼ਿਆਦਾ। ਹੁਣ ਇਹਦੇ ਵਿੱਚ ਇਹਨਾਂ ਨੂੰ ਪ੍ਰੋਬਲਮਸ ਹੈ ਜਿਹੜੀਆਂ ਕਿਹੜੀਆਂ ਆਉਣਗੀਆਂ ਜੇ ਆਪਾਂ ਇਹ ਕੈਟੇਗਰੀ 'ਚ ਗੱਲ ਕਰਦੇ ਹਾਂ। ਪਹਿਲੀ ਤਾਂ ਇਹ ਹੈ ਕਿ ਜਿਵੇਂ ਆਪਾਂ ਗੱਲ ਕੀਤੀ ਕਿ ਬਾਹਰ ਆਪਾਂ ਜਦੋਂ ਕੰਮ ਕਰਦੇ ਹਾਂ, ਪੇ ਸਕੇਲ ਦਾ ਵੀ ਹੈ, ਰੇਸਿਜ਼ਮ ਦਾ ਵੀ ਹੈ, ਤੁਹਾਨੂੰ ਅੱਗੇ ਵਧਣ ਲਈ ਵੀ ਬਹੁਤ ਹਾਰਡ ਵਰਕ ਕਰਨਾ ਪੈਂਦਾ, ਗਰੋਥ ਦੇ ਮਤਲਬ ਚੈਲੰਜਸ ਰਹਿੰਦੇ ਆ। ਹੁਣ ਜਦੋਂ ਆਪਾਂ ਗਰੋਥ ਦੀ ਗੱਲ ਕਰਦੇ ਹਾਂ ਉਹਦੇ ਲਈ ਆਪਾਂ ਨੂੰ ਸਟੱਡੀ ਕਰਨੀ ਪੈਂਦੀ ਹੈ, ਚਾਹੇ ਉਹ ਸੈਲਫ ਸਟੱਡੀ ਹੋਵੇ, ਚਾਹੇ ਉਹ ਕੋਈ ਕੋਰਸਿਸ ਹੋਣ, ਤੇ ਉਹਦੇ ਲਈ ਆਪਾਂ ਨੂੰ ਟਾਈਮ ਚਾਹੀਦਾ, ਹੁਣ ਉਹ ਟਾਈਮ ਆਪਾਂ ਨੂੰ ਆਫ ਕੋਰਸ ਫੈਮਿਲੀ ਤੋਂ ਕੱਟ ਕਰਨਾ ਪੈਣਾ, ਠੀਕ ਹੈ। ਉਹ ਇੱਕ ਚੈਲੰਜ ਆ ਗਿਆ। ਹੁਣ ਇਹ ਜੇ ਮੈਂ ਕਹਾਂ ਉਹਦੇ ਲਈ ਸੌਖਾ ਨਹੀਂ ਹੈਗਾ, ਅੰਦਰ ਬਹੁਤ ਗਿਲਟ ਆਉਂਦਾ ਕਿ ਮੈਂ ਆਪਣੇ ਬੱਚੇ ਨੂੰ ਛੱਡ ਕੇ ਪੂਰਾ ਟਾਈਮ ਨਹੀਂ ਦੇ ਪਾ ਰਹੀ, ਹਨਾ। ਉਹ ਰਾਤ ਨੂੰ ਕਈ ਵਾਰ ਤੁਹਾਨੂੰ ਸੌਣ ਨਹੀਂ ਦਿੰਦਾ, ਉਹ ਗਿਲਟ ਇੰਨਾ ਸਟਰੋਂਗ ਹੁੰਦਾ, ਰਾਈਟ। ਉਹ ਉਸ ਚੀਜ਼ ਚੋਂ ਨਿਕਲਣਾ ਬਹੁਤ ਔਖਾ, ਰਾਈਟ। ਕਿਤੇ ਨਾ ਕਿਤੇ ਉਸ ਚੀਜ਼ 'ਚ ਵੀ ਆਪਾਂ ਆਪਦੀ ਗਰੋਥ, ਚੱਲ ਕੋਈ ਨਹੀਂ ਪ੍ਰਮੋਸ਼ਨ ਆਈ ਹੈ, ਛੱਡ ਦੋ ਯਾਰ, ਮੈਂ ਬੱਚਿਆਂ ਨੂੰ ਟਾਈਮ ਦੇਣਾ, ਆਪਾਂ ਉੱਥੇ ਵੀ ਆਪਦੇ ਆਪ ਨੂੰ ਰੋਕ ਦਿੰਦੇ ਆ ਤੇ ਉਹ ਵੀ ਤੁਹਾਨੂੰ ਅੰਦਰੋਂ ਬੌਦਰ ਕਰਦਾ ਕਿ ਮੈਂ ਇੰਨੀ ਅੱਗੇ ਆ ਕੇ ਮੈਂ ਕਰ ਸਕਦੀ ਸੀ ਪਰ ਅੱਜ ਮੇਰੀ ਲਾਈਫ ਇੱਥੇ ਖੜੀ ਹੈ ਕਿ ਮੈਂ ਕਰ ਨਹੀਂ ਸਕਦੀ, ਤੇ ਮੈਨੂੰ ਕੁਛ ਨਾ ਕੁਛ ਛੱਡਣਾ ਪੈਣਾ, ਮੈਨੂੰ ਫੈਮਿਲੀ ਦਾ ਟਾਈਮ ਸੈਕਰੀਫਾਈਸ ਕਰਨਾ ਪੈਣਾ ਹੈਗਾ, ਹਾਂਜੀ। ਜਾਂ ਮਤਲਬ ਈਵਨ ਕਿ ਕਈ ਵਾਰੀ ਹੁੰਦਾ ਕਿ ਫੈਮਿਲੀ ਟੁੱਟਣ ਦੇ ਕਗਾਰ ਤੱਕ ਵੀ ਚਲੀ ਜਾਂਦੀ ਹੈਗੀ ਆ। ਵੀ ਉਹ ਜੇ ਕੋਈ ਮਤਲਬ ਕੋਈ ਔਰਤ ਇਹ ਚਾਹੁੰਦੀ ਹੈਗੀ ਕਿ ਮੈਂ ਗਰੋਥ ਲੈ ਕੇ ਮਤਲਬ ਕਿ ਆਊਟ ਆਫ ਸਿਟੀ ਵੀ ਜਾਣਾ ਹੈਗਾ ਜਾਂ ਮੈਨੂੰ ਜ਼ਿਆਦਾ ਟਾਈਮ ਦੇਣਾ ਪੈਣਾ ਹੈਗਾ, ਤਾਂ ਕਈ ਵਾਰੀ ਉਹ ਵੀ ਇੱਕ ਚੈਲੰਜ ਹੋ ਜਾਂਦਾ ਹੈਗਾ ਕਿ ਬੰਦਾ ਕੀ ਕਰੇ, ਡਿਸੀਜਨ ਕੀ ਲਵੇ। ਉੱਥੇ ਆਈ ਥਿੰਕ ਇੱਕ ਹੋਰ ਇਸ਼ੂ ਇਹ ਵੀ ਆ ਜਾਂਦਾ ਕਿ ਜੇ ਵਿਮਨ ਮੈਨ ਨਾਲੋਂ ਥੋੜੀ ਅੱਗੇ ਆ ਘਰ ਦੇ ਵਿੱਚ, ਹਨਾ, ਹਸਬੈਂਡ ਐਂਡ ਵਾਈਫ 'ਚ ਲੈਟਸ ਸੇ ਵਿਮਨ ਥੋੜੀ ਅੱਗੇ ਨਿਕਲ ਗਈ ਆ, ਉਹ ਕਿਤੇ ਨਾ ਕਿਤੇ ਮੈਨ ਨੂੰ ਇੱਕ ਇਨਫੀਰੀਅਰ ਕੰਪਲੈਕਸ ਵੀ ਆਉਂਦਾ। ਅੱਛਾ, ਉਹਦੇ ਵਿੱਚ ਵੀ ਇਹੀ ਗੱਲ ਹੁੰਦੀ ਹੈਗੀ ਕਿ ਮਤਲਬ ਤੁਹਾਨੂੰ ਪ੍ਰਾਊਡ ਫੀਲ ਕਰਨਾ ਚਾਹੀਦਾ ਹੈਗਾ ਕਿ ਜਾਂ ਕਿ ਤੁਹਾਨੂੰ ਮਤਲਬ ਇਨਫੀਰੀਅਰਿਟੀ ਕੰਪਲੈਕਸ ਲਿਆਉਣਾ ਚਾਹੀਦਾ। ਹਾਂ, ਗੱਲ ਬੈਕ ਉੱਥੇ ਆ ਜਾਂਦੀ ਹੈ ਕਿ ਆਪਾਂ ਨੂੰ ਮੈਰਿਜ ਨੂੰ ਰੀਡਿਫਾਈਨ ਕਰਨ ਦੀ ਲੋੜ ਹੈ। ਮੈਰਿਜ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਕਿਸੇ ਨਾਲ ਵਿਆਹ ਕਰਾ ਲਿਆ, ਉਹ ਬੰਦਾ ਘਰੇ ਆ ਗਿਆ ਜਾਂ ਉਹ ਲੇਡੀ ਘਰੇ ਆ ਗਈ ਐ, ਤੁਸੀਂ ਹੁਣ ਕਹਿੰਦੇ ਹੋ ਵੀ ਇਹ ਰੋਟੀਆਂ ਨੂੰ ਹੈ ਤੇ ਪੈਸੇ ਵੀ ਕਮਾ ਰਹੀ ਹੈ, ਨੋ। ਪਰ ਕਈ ਵਾਰੀ ਇਹ ਵੀ ਹੁੰਦਾ ਹੈਗਾ, ਆਪਾਂ ਇੱਕ ਐਸਪੈਕਟ ਦੇਖ ਰਹੇ ਹੈਗੇ ਕਿ ਹਾਂ ਵੀ ਜਿਹੜਾ ਹਸਬੈਂਡ ਆ ਉਹ 'ਚ ਇਨਫੀਰੀਅਰਿਟੀ ਕੰਪਲੈਕਸ ਆ ਜਾਏਗਾ ਕਿ ਇਹ ਮੇਰੇ ਨਾਲੋਂ ਜ਼ਿਆਦਾ ਕਮਾਉਂਦੀ ਹੈਗੀ ਆ, ਮਤਲਬ ਮੈਂ ਕਲਰਕ ਹੈਗਾ ਜਾਂ ਅਫਸਰ ਹੈਗੀ ਆ ਜਾਂ ਵਟਸਐਵਰ, ਹਨਾ, ਵੀ ਡਿਫਰੈਂਸ਼ੀਏਟ ਆਪਾਂ ਡਿਫਰੈਂਸ ਹੈਗਾ ਉਹਨਾਂ ਦੋਨਾਂ ਦੇ ਵਿੱਚ। ਪਰ ਔਰਤ ਦੇ ਮਨ ਵਿੱਚ ਵੀ ਆ ਸਕਦਾ ਹੈਗਾ ਕਿ ਮੈਂ ਜ਼ਿਆਦਾ ਕਮਾਨੀ ਹੈਗੀ, ਇਹ ਵੀ ਮਤਲਬ ਇੱਕ 100%। ਦੇਖੋ ਆਈ ਫੀਲ ਇਹ ਬੈਲੈਂਸ ਜ਼ਰੂਰੀ ਆ, ਪਰ ਉਹ ਬੈਲੈਂਸ ਬਣਨਾ ਕਿੱਥੋਂ, ਅੰਡਰਸਟੈਂਡਿੰਗ ਤੋਂ। ਹੁਣ ਉੱਠਦਿਆਂ ਸਾਰ ਤਾਂ ਲੇਡੀ ਆਫਿਸਰ ਨਹੀਂ ਨਾ ਬਣ ਗਈ, ਉਹਨੇ ਆਪਦੀ ਸਟਰਗਲ ਕੀਤੀ ਆ। ਹੁਣ ਜੇ ਉਹ ਸਟਰਗਲ ਦੇ ਵਿੱਚ ਹਰ ਟਾਈਮ ਉਹਦਾ ਹਸਬੈਂਡ ਉਹਦੇ ਨਾਲ ਖੜਾ, ਉਹਨੂੰ ਸਪੋਰਟ ਕਰ ਰਿਹਾ, ਹਰ ਤਰੀਕੇ ਨਾਲ ਉਹਦੀ ਹੈਲਪ ਕਰ ਰਿਹਾ, ਤਾਂ ਲੇਡੀ 'ਚ ਉਹ ਕੰਪਲੈਕਸ ਕਦੇ ਵੀ ਨਹੀਂ ਆਊਗਾ ਤੇ ਨਾ ਹੀ ਮੈਨ 'ਚ ਉਹ ਚੀਜ਼ ਆਊਗੀ। ਇਹ ਕੰਪਲੈਕਸ ਉਦੋਂ ਆਉਂਦਾ ਜਦੋਂ ਆਪਾਂ ਇੱਕ ਦੂਜੇ ਇਕੱਠੇ ਘਰ 'ਚ ਤਾਂ ਰਹਿ ਰਹੇ ਹਾਂ ਪਰ ਆਪਾਂ ਇੱਕ ਦੂਜੇ ਦੀ ਜ਼ਿੰਦਗੀ ਦੇ ਸਾਥੀ ਨਹੀਂ। ਜਦੋਂ ਮੈਂ ਕੋਸ਼ਿਸ਼ ਕਰ ਰਹੀ ਸੀ ਉਦੋਂ ਤੁਸੀਂ ਉਹਦੀ ਵਿਰੋਧਤਾ ਕਰ ਰਹੇ ਸੀ, ਅੱਜ ਉਹਨੂੰ ਅਚੀਵ ਕਰ ਲਿਆ ਤੇ ਹੁਣ ਉਹ ਮਤਲਬ ਹਾਂ, ਇਹ ਕੰਪਲੈਕਸ ਉੱਥੇ ਆਉਂਦਾ। ਐਨ ਇਨਫੀਰੀਅਰ ਕੰਪਲੈਕਸ ਵੀ ਉਦੋਂ ਹੀ ਆਉਂਦਾ ਜਦੋਂ ਆਪਾਂ ਸਾਥ ਨਹੀਂ ਦਿੱਤਾ। ਹੁਣ ਅੱਛਾ ਇਹ ਮੇਰੇ ਤੋਂ ਅੱਗੇ ਨਿਕਲ ਗਈ, ਉਹ ਕੰਪਲੈਕਸ ਵੀ ਤਾਂ ਹੀ ਆਉਂਦਾ। ਪਰ ਜੇ ਆਪਾਂ ਅੱਡ ਦੀ ਬਜਾਏ ਇਹ ਲੈ ਕੇ ਚੱਲੀਏ ਕਿ ਇੱਕ ਘਰ ਆ, 2 people 1 soul, ਫਿਰ ਇਹ ਕਨਸੈਪਟ ਆਉਂਦਾ ਹੀ ਨਹੀਂ। ਇੱਕ ਇੱਥੇ ਜਿਵੇਂ ਤੁਸੀਂ ਕਾਫੀ ਸਾਰੀਆਂ ਔਰਤਾਂ ਦੇ ਨਾਲ ਜਿਹੜੀ ਹੈਗਾ, ਬਹੁਤੀਆਂ ਮੈਂ ਵੀ ਯੰਗ ਲੇਡੀਜ਼ ਹੁੰਦੀਆਂ ਹੈਗੀਆਂ 30 ਸਾਲ 35 ਸਾਲ ਵਾਲੀ, ਜਿਨ੍ਹਾਂ ਨੇ ਆਪਣੀ ਕਰਨੇ ਜਿਹੜੀਆਂ ਤੁਹਾਡੇ ਕੋਲ ਆਉਂਦੀਆਂ ਹੈਗੀਆਂ ਨਾ, ਜਿਵੇਂ ਚ ਮੈਂ ਦੇਖਿਆ ਵੀ ਆਉਂਦੇ ਹੈਗਾ, ਤੇ ਉਹਨਾਂ ਨੂੰ ਕੀ ਲੱਗਦਾ ਹੈਗਾ ਕਿ ਜਦੋਂ ਮਤਲਬ
ਆਪਣੀ ਜਿਹੜੀ ਸੁਸਾਇਟੀ ਹੈਗੀ ਆ ਵੀ ਉਹ ਕੀ ਚਾਹੁੰਦੇ ਹੈਗੇ ਕਿ ਔਰਤਾਂ ਜਿਹੜੀਆਂ ਹੈਗੀਆਂ ਬਾਹਰ ਜਾ ਕੇ ਕੰਮ ਕਰਦੀਆਂ, ਕਿੱਦਾਂ ਉਹਨਾਂ ਨੂੰ ਮਤਲਬ ਲੱਗਦਾ ਹੈਗਾ ਵੀ ਸਾਡੇ ਵਾਸਤੇ ਕੀ ਫੀਲ ਕਰਦੇ ਹੈਗੇ ਨੇ, ਸਾਡੀ ਕਮਿਊਨਿਟੀ ਕੀ ਫੀਲ ਕਰਦੀ ਹੈ, ਜਾਂ ਉਹਨਾਂ ਦੀ ਐਕਸਟੈਂਡਡ ਫੈਮਿਲੀ ਕੀ ਫੀਲ ਕਰਦੀ ਹੈਗੀ ਹੈ, ਕਿ ਇਟ ਇਜ਼ ਨਾਰਮਲਾਈਜ਼ਡ ਚੀਜ਼ ਹੈ ਕਿ ਆਪਾਂ ਐਕਸੈਪਟ ਕਰ ਚੁੱਕੇ ਹੈਗੇ ਵੀ ਔਰਤ ਬਾਹਰ ਕੰਮ ਕਰਨ ਜਾਂਦੀ, ਤੇ ਕੋਈ ਉਹਦਾ ਤਾਂ ਕੋਈ ਇਮੋਸ਼ਨਲ ਕੋਈ ਚੈਲੰਜ ਤੇ ਨਹੀਂ ਆਉਂਦਾ? ਆਈ ਥਿੰਕ देयर ਆਰ ਚੈਲੰਜਸ ਹੈਗੇ, ਸਾਰੀਆਂ ਫੈਮਿਲੀਜ਼ 'ਚ ਨਹੀਂ ਹੋਣਗੀਆਂ, ਸਾਰੀਆਂ 'ਚ ਨਹੀਂ ਹੈਗੇ, ਪਰ ਕਈਆਂ 'ਚ ਹੈਗੇ। ਪਰ ਦੇਖੋ ਜਦੋਂ ਚੈਲੰਜਸ ਆਈ ਥਿੰਕ ਇੱਥੇ ਵੀ ਆਉਂਦੇ ਆ ਕਿ ਜਦੋਂ ਵੂਮਨ ਜਿਮ ਜਾ ਰਹੀ ਆ ਉੱਥੇ ਪ੍ਰੋਬਲਮ ਹੈ। ਅੱਛਾ, ਠੀਕ ਹੈ। ਹੁਣ ਇੱਕ ਗੱਲ ਦੱਸੋ ਯਾਰ, ਜੇ ਕੋਈ ਵਿਮਨ ਬਾਹਰ ਕੰਮ ਕਰ ਰਹੀ ਹੈ, ਉਹਨੂੰ ਮੈਂਟਲ ਸਟ੍ਰੈਸ ਵੀ ਹੋਣਾ, ਉਹਨੂੰ ਵਰਕ ਸਟ੍ਰੈਸ ਵੀ ਹੋਣਾ, ਉਹਨੂੰ ਹੋਮ ਸਟ੍ਰੈਸ ਵੀ ਹੋਣਾ, ਉਹਨੂੰ ਕੋਈ ਤਾਂ ਆਊਟਲੈਟ ਚਾਹੀਦਾ ਨਾ ਉਹ ਫਰਸਟ੍ਰੇਸ਼ਨ ਕੱਢਣ ਲਈ, ਕਿਤੇ ਤਾਂ ਉਹਨੂੰ ਆਪਦੇ ਆਪ ਲਈ ਵੈਸੇ ਵੀ ਜੇ ਔਰਤ ਦਾ ਜੋ ਆਪਾਂ ਕਹਿੰਦੇ ਹੈਗੇ ਕਿ ਜੋ ਉਹਦੀ ਬਾਡੀ ਦਾ ਫਿੱਟ ਹੋਣਾ ਸਭ ਤੋਂ ਜ਼ਿਆਦਾ ਜ਼ਰੂਰੀ ਆ। ਅਗਰ ਇੱਕ ਤੰਦਰੁਸਤ ਔਰਤ ਜਿਹੜੀ ਹੈਗੀ ਘਰ ਦੇ ਵਿੱਚ ਹੈਗੀ ਤਾਂ ਉਹ ਸਾਰੀ ਫੈਮਿਲੀ ਨੂੰ ਮਤਲਬ ਤੰਦਰੁਸਤ ਰੱਖ ਸਕਦੀ ਹੈਗੀ। ਯੈਸ, ਕਿਉਂਕਿ ਦੇਖੋ ਫੂਡ ਉਹਨੇ ਬਣਾਉਣਾ, ਹੁਣ ਜੇ ਉਹਨੂੰ ਨੌਲੇਜ ਹੈ ਕਿ ਕਿਹੜਾ ਫੂਡ ਹੈਲਥ ਲਈ ਗੁੱਡ ਹੈ ਤਾਂ ਉਸ ਹਿਸਾਬ ਦੀ ਕੁਕਿੰਗ ਹੋਗੀ, ਸੋ ਤੁਹਾਡੇ ਸਾਰੇ ਘਰ ਦੀ ਹੈਲਥ ਹੈ ਜਿਹੜੀ ਬੈਟਰ ਹੋਗੀ। ਸੋ ਵਿਮਨ ਆਈ ਫੀਲ ਕਿ ਜਿਹੜਾ ਵੀ ਮੇਨ ਹੈਡ ਹੈ, ਕਿਉਂਕਿ ਅੱਜ ਕੱਲ ਇਹ ਵੀ ਹੈ ਕਿ ਕਈ ਹਸਬੈਂਡ ਵੀ ਹੈ ਜਿਹੜੇ ਘਰ ਰਹਿ ਕੇ ਘਰ ਸਾਂਭਦੇ ਆ, ਇਹ ਵੀ ਇੱਕ ਟ੍ਰੈਂਡ ਹੈਗਾ ਅੱਜ ਕੱਲ। ਇਹ ਵੀ ਕਿਉਂਕਿ ਆਈ ਥਿੰਕ ਉਹ ਫੈਮਿਲੀਜ਼ ਇਹ ਅੰਡਰਸਟੈਂਡ ਕਰਦੀਆਂ ਵੀ ਕਿਹਦਾ ਸਕਿੱਲ ਸੈਟ ਜ਼ਿਆਦਾ, ਜਿਹਦਾ ਸਕਿੱਲ ਸੈਟ ਜ਼ਿਆਦਾ, ਜਿਹਦੇ ਕੋਲ ਇੱਕ ਬੈਟਰ ਓਪਰਚੁਨਿਟੀ ਜੌਬ ਲਈ, ਉਹ ਬੰਦਾ ਬਾਹਰ ਜਾ ਕੇ ਕੰਮ ਕਰ ਰਿਹਾ। ਜੇ ਦੋਵੇਂ ਜਣੇ ਨਹੀਂ ਜਾ ਸਕਦੇ ਤੇ ਜੇ ਹਸਬੈਂਡ ਵੀ ਘਰੇ ਰਹਿ ਰਹੇ, ਉਹ 'ਚ ਕੋਈ ਬਿਗ ਡੀਲ ਨਹੀਂ ਹੈਗੀ। ਨਹੀਂ ਕੋਈ ਅੱਛਾ, ਜਿਹੜਾ ਤੁਸੀਂ ਗੱਲ ਕੀਤੀ ਵੀ ਜਿਮ ਵਿੱਚ ਵੀ ਜ਼ਿਆਦਾ, ਉਹਦਾ ਕੀ ਕਾਰਨ ਔਰਤਾਂ ਨੂੰ ਲੱਗਦਾ ਹੈਗਾ ਤੁਹਾਨੂੰ ਕਿ ਜਿਮ ਵਿੱਚ ਵੀ ਜਾਣ ਤੋਂ ਜਿਹੜਾ? ਆਈ ਥਿੰਕ ਇਟਸ ਮੋਰ ਆਫ ਇਜ਼ ਲਾਈਕ ਕਿ ਕੰਟਰੋਲ ਚੋਂ ਨਾ ਨਿਕਲ ਜਾਏ। ਅੱਛਾ, ਵੀ ਬਾਹਰ ਜਾਏਗੀ ਚਾਰ ਗੱਲਾਂ ਸੁਣੇਗੀ, ਬਾਹਰ ਜਾਏਗੀ ਚਾਰ ਗੱਲਾਂ ਸੁਣੇਗੀ, ਇਹਦਾ ਦਿਮਾਗ ਵਧੂਗਾ, ਇਹ ਲੋਕਾਂ ਨੂੰ ਮਿਲੂਗੀ, ਇਹਨੂੰ ਦੁਨੀਆ ਦਾ ਪਤਾ ਲੱਗੂਗਾ, ਤੇ ਸ਼ਾਇਦ ਕੰਟਰੋਲ ਚੋਂ ਨਾ ਨਿਕਲ ਜੇ। ਪਰ ਮੇਰਾ ਕੁਐਸਚਨ ਇਹ ਹੈ ਵੀ ਕੰਟਰੋਲ ਰੱਖਣਾ ਹੀ ਕਿਉਂ ਹੈ? ਹਾਂ, ਵੀ ਜਦ ਆਪਾਂ ਬਰਾਬਰ ਹੀ ਹੈਗੇ ਆ ਇੱਕ ਦੂਜੇ ਤੇ, ਇਹ ਵੀ ਜਿਹੜੀ ਹੈਗੀ ਹੈ ਨਾ ਮੇਰੇ ਮਤਲਬ ਕਿ ਦੋਨੋਂ ਪਾਸੇ ਹੀ ਹੁੰਦਾ ਹੈਗਾ ਕਿ ਜਦੋਂ ਔਰਤ ਪੈਸੇ ਕਮਾਉਂਦੀ ਮੰਨ ਲਓ, ਤੇ ਜੇ ਉਹ ਰੱਖੇਗੀ ਇਹ ਮੇਰੇ ਪੈਸੇ ਨੇ, ਤੇਰੇ ਪੈਸੇ ਨੇ, ਤੇ ਫਿਰ ਉੱਥੇ ਵੀ ਝਗੜਾ ਹੁੰਦਾ ਹੈਗਾ। ਪਰ ਜੇ ਮੰਨ ਲਓ ਕਿ ਇੱਕੋ ਹੀ ਅਕਾਊਂਟ ਹੈਗਾ, ਇੱਕੋ ਅਕਾਊਂਟ ਦਾ ਮਤਲਬ ਓਪਨ ਹੀ ਹੈਗਾ ਵੀ ਆਪਾਂ ਠੀਕ ਹੈ, ਅਸੀਂ ਮੈਂ ਵੀ 5000 ਮੈਂ ਕਮਾਉਣਾ ਹੈਗਾ, 4000 ਤੂੰ ਕਮਾਉਣੀ ਜਾਂ 6000 ਤੂੰ ਕਮਾਉਣੀ ਹੈਗੀ, ਤਾਂ ਆਪਣੇ ਕੋਲ ਮੰਨ ਲਓ 10000 ਹੋ ਗਿਆ, ਤੇ ਇਹਦੇ ਨਾਲ ਆਪਾਂ ਘਰ ਕਿੱਦਾਂ ਚਲਾਉਣਾ, ਵੀ ਸਾਂਝਾ ਉਹ ਘਰ ਸਹੀ ਰਹਿੰਦੇ ਹੈਗੇ ਨੇ, ਤੇ ਉਹ ਲੌਂਗ ਟਰਮ ਜਿਹੜੇ ਹੈਗੇ ਨੇ ਕਿ ਉਹਨਾਂ ਦੇ ਖੁਸ਼ੀਆਂ ਰਹਿੰਦੀਆਂ, ਪਰਿਵਾਰ ਦੇ ਵਿੱਚ ਵਧੀਆ ਰਹਿੰਦੇ ਹੈਗੇ ਨਾ। ਪਰ ਜਦੋਂ ਤੁਸੀਂ ਆਪਣੇ ਆਪਣੇ ਖਾਤੇ ਇੱਕ ਦੂਜੇ ਛਪਾਣ, ਕਈ ਵਾਰੀ ਮੈਨੂੰ ਵੀ, ਕਿਉਂਕਿ ਮੈਂ ਵੀ ਫਾਈਨੈਂਸ਼ੀਅਲ ਸੈਕਟਰ 'ਚ ਕੰਮ ਕਰਦਾ, ਤਾਂ ਮੈਂ ਨੋਟ ਕੀਤੀ ਕਈ ਵਾਰੀ ਗੱਲ ਵੀ ਹਸਬੈਂਡ ਨੂੰ ਵਾਈਫ ਦੇ ਅਕਾਊਂਟ ਦਾ ਪਤਾ ਹੀ ਨਹੀਂ ਹੁੰਦਾ ਹੈਗਾ ਵੀ ਕਿੰਨੇ ਹੈਗੇ ਨੇ, ਤੇ ਉਹ ਵੀ ਇੱਕ ਤੁਹਾਨੂੰ ਲੱਗਦਾ ਵੀ ਆਈ ਥਿੰਕ ਜਦੋਂ ਆਪਾਂ ਮਨੀ ਦੀ ਗੱਲ ਕਰ ਰਹੇ ਹਾਂ, ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਜ਼ਿਆਦਾ ਵੈਲਿਊ ਮਨੀ ਨੂੰ ਦਿੱਤੀ ਜਾਂਦੀ ਹੈ। ਜੇ ਬੰਦਾ ਕਵੇ ਕਿ ਮਨੀ ਪਿੱਛੇ ਬਹੁਤ ਲੋਕੀ ਬਹੁਤ ਕੁਝ ਕਰਦੇ ਆ ਨਾ, ਸੋ ਮਨੀ ਦੀ ਵੈਲਿਊ ਇੱਥੇ ਆ, ਹਨਾ। ਸੋ ਜਦੋਂ ਆਪਾਂ ਕਹਿੰਦੇ ਆ ਕਿ ਮੈਂ ਆਪਦੇ ਫਾਈਨੈਂਸਿਸ ਨਹੀਂ ਇਕੱਠੇ ਰੱਖਣੇ, ਜੋ ਮੇਰੇ ਹਿਸਾਬ ਨਾਲ ਉਹ ਹੈ ਕਿ ਆਪਾਂ ਕਿਤੇ ਨਾ ਕਿਤੇ ਨਾ ਹੀ ਉਹ ਮੈਰਿਜ ਤੇ ਤੇ ਨਾ ਹੀ ਉਹ ਪਰਸਨ ਤੇ ਟਰਸਟ ਕਰਦੇ। ਹਾਂ, ਇਹਦਾ ਮਤਲਬ ਇਹ ਤੱਕ ਟਰਸਟ ਲੈਵਲ ਘੱਟ ਹੈਗਾ, ਇਸ ਕਰਕੇ ਜਿਹੜਾ ਹੈਗਾ ਉਹ ਦਿੱਕਤ ਆ ਰਹੀ ਹੈ। ਅੰਡਰਸਟੈਂਡਿੰਗ ਘੱਟ, ਗੱਲ ਪੈਸਿਆਂ ਦੀ ਨਹੀਂ ਹੈਗੀ, ਗੱਲ ਹੈਗੀ ਕਿ ਟਰਸਟ ਲੈਵਲ ਦੀ ਗੱਲ। ਹੁਣ ਜਦੋਂ ਬੇਸਿਕ ਚੀਜ਼ਾਂ ਜੇ ਕਲੀਅਰ ਨਹੀਂ ਹੈਗੀਆਂ, ਜੇ ਮੈਨੂੰ ਟਰਸਟ ਨਹੀਂ ਹੈਗਾ ਮੇਰੇ ਪਾਰਟਨਰ ਤੇ, ਹਨਾ, ਜੇ ਮੈਂ ਕਹਾਂ ਮੈਨੂੰ ਸਮਝ ਹੀ ਨਹੀਂ ਹੈਗੀ ਕਿ ਇਹ ਬੰਦਾ ਕਿੱਦਾਂ ਬਿਹੇਵ ਕਰੂਗਾ, ਮੈਂ ਉਹਦੇ ਨਾਲ ਫਾਈਨੈਂਸਿਸ ਸ਼ੇਅਰ ਕਰ ਹੀ ਨਹੀਂ ਸਕਦੀ। ਬਿਲਕੁਲ, ਹਨਾ। ਜੇ ਮੈਨੂੰ ਪਤਾ ਹੈ ਕਿ ਓਕੇ ਮੇਰਾ ਪਾਰਟਨਰ ਹੈ, ਮੈਨੂੰ ਪਤਾ ਹੈ ਮੇਰੇ ਪਿੱਠ ਪਿੱਛੇ ਗੱਲ ਨਹੀਂ ਸੁਣ ਸਕਦਾ, ਮੈਨੂੰ ਪਤਾ ਹੈ ਮੇਰੇ ਨਾਲ ਖੜਾ, ਚਾਹੇ ਮੈਂ ਜੋ ਮਰਜ਼ੀ ਕਰੇ ਆਵਾਂ, ਬਟ ਹੀ ਸਟੈਂਡਿੰਗ ਬਾਈ ਮੀ, ਮੈਨੂੰ ਕੋਈ ਪ੍ਰੋਬਲਮ ਹੀ ਨਹੀਂ ਹੋਊਗੀ ਉਹ ਚੀਜ਼ਾਂ ਸ਼ੇਅਰ ਕਰਨ ਲਈ। ਇੱਕ ਜਿਵੇਂ ਹੁੰਦਾ ਹੈਗਾ ਕਿ ਜਦੋਂ ਆਪਾਂ ਉਹਨੇ ਔਰਤਾਂ ਜਿਹੜੀਆਂ ਹੈਗੀਆਂ ਵੀ ਆਪਣੇ ਕੰਮਕਾਜੀ ਔਰਤਾਂ ਜਿਹੜੀਆਂ ਵਰਕ ਵੂਮਨ ਪੈਸੇ ਕਮਾਉਂਦੀਆਂ, ਕਈ ਵਾਰੀ ਥੋੜੇ ਜਿਹੇ ਹਸਬੈਂਡ ਤੋਂ ਘੱਟ ਕਮਾਉਂਦੀਆਂ, ਜਾਂ ਕੁਝ ਕਈ ਵਾਰੀ ਬਰਾਬਰ, ਕਈ ਵਾਰੀ ਜ਼ਿਆਦਾ ਵੀ ਕਮਾਉਂਦੀਆਂ ਹੈਗੀਆਂ। ਹਾਂਜੀ, ਤੁਹਾਨੂੰ ਕੀ ਲੱਗਦਾ ਹੈਗਾ ਕਿ ਜੇ ਔਰਤ ਹੁਣ ਵੀ ਬਰਾਬਰ ਪੈਸੇ ਕਮਾ ਰਹੀ ਹੈਗੀ ਹੈ, ਤੇ ਉਹ ਕਿੱਥੇ ਜਿਹੜੇ ਹੈਗੇ ਵੀ ਖਰਚੇ ਜਾਣ, ਉਹਦੇ 'ਚ ਉਹਦੀ ਸੇ ਬਰਾਬਰ ਦੀ ਹੁੰਦੀ ਹੈਗੀ ਹੈ ਕਿ ਜਾਂ ਉਹਦੇ 'ਚ ਵੀ ਚੈਲੰਜਸ ਆਉਂਦੇ ਹੈ? ਚੈਲੰਜਸ ਡੈਫੀਨੇਟਲੀ ਆਉਂਦੇ ਉਹਦੇ ਵਿੱਚ ਵੀ। ਜੋ ਮੇਰਾ ਵਿਊ ਪੁਆਇੰਟ ਹੈ ਉਹ ਇਹ ਹੈ ਕਿ ਲੈਟਸ ਸੇ ਤੁਸੀਂ ਦੋਵੇਂ ਜਣੇ 5-5000 ਕਮਾਉਂਦੇ ਹੋ, ਟੋਟਲ ਤੁਹਾਡੀ ਇਨਕਮ 10000 ਆ ਗਈ, ਹਨਾ। ਇੱਕ ਅਕਾਊਂਟ ਤੁਹਾਡਾ ਹੋਣਾ ਚਾਹੀਦਾ ਜਿਹਦੇ ਚੋਂ ਤੁਸੀਂ ਘਰ ਚਲਾ ਰਹੇ ਹੋ, ਇੱਕ ਅਕਾਊਂਟ ਤੁਹਾਡਾ ਹੋਣਾ ਚਾਹੀਦਾ ਜਿਹੜਾ ਤੁਹਾਡਾ ਪਰਸਨਲ ਅਕਾਊਂਟ ਹੈ। ਜਿਵੇਂ ਜੇ ਮੈਨ ਆ, ਉਹ ਕਹਿੰਦਾ ਮੈਂ ਆਪਦੇ ਹੇਅਰ ਕੱਟ ਕਰਾਉਣੇ ਆ, ਜਾਂ ਮੈਂ ਕੋਈ ਮਹਿੰਗੇ ਸ਼ੂ ਲੈਣੇ ਆ, ਉਹ ਤੁਹਾਡੇ ਪਰਸਨਲ ਚੋਂ ਆ ਗਏ, ਹਨਾ। ਵਿਮਨ ਕਹਿੰਦੀ ਹੈ ਮੈਂ ਆਪਦੇ ਨੇਲਸ ਕਰਾਉਣੇ ਆ, ਮੈਂ ਆਪਣੇ ਬਾਲ, ਤੁਹਾਡੀਆਂ ਰਿਕੁਆਇਰਮੈਂਟਸ ਡਿਫਰੈਂਟ ਐਜ਼ ਅ ਮੈਨ ਐਂਡ ਵੂਮਨ, ਹਨਾ। ਉਹ ਖਰਚਾ ਜੇ ਆਪਾਂ ਸੈਪਰੇਟ ਰੱਖ ਲੈਂਦੇ ਆ, ਹਨਾ, ਲੈਟਸ ਸੇ ਆਪਾਂ ਨੂੰ ਘਰ ਚਲਾਉਣ ਲਈ 5000 ਲੱਗ ਗਿਆ, 5000 ਬਚ ਗਿਆ, 3000 ਅਸੀਂ ਸੇਵ ਕਰ ਲਿਆ, 1000 ਅਸੀਂ ਪਾਕਟ ਮਨੀ ਲੈ ਲਈ। ਮੈਂ ਇਹਨੂੰ ਪਾਕਟ ਮਨੀ ਕਹਿੰਦੀ ਆ ਕਿ ਮੈਂ $1000 ਪਾਕਟ ਮਨੀ ਇਜ਼ ਗੁੱਡ, ਵੀ ਉਹ ਤੁਸੀਂ ਆਪਣੇ ਹਿਸਾਬ ਨਾਲ ਉਹਨੂੰ ਯੂਜ਼ ਕਰ ਸਕਦੇ ਹੋ। ਹੁਣ ਜਦੋਂ ਤੁਸੀਂ ਉਹ $1000 ਅੱਡ ਕਰ ਲਿਆ ਨਾ, ਹੁਣ ਮੈਂ ਉਹਦੇ ਚ ਜੁੱਤੇ ਲਵਾਂ, ਵਾਚ ਲਵਾਂ, ਨੇਲਸ ਕਰਾਵਾਂ, ਸਪਲੀਮੈਂਟਸ ਲਵਾਂ, ਉਹ ਮੇਰਾ।
ਕਿਉਂਕਿ ਉਹ ਜਿਵੇਂ ਤੁਸੀਂ ਨੇਲਸ ਦੀ ਗੱਲ ਕੀਤੀ ਹੈਗੀ ਤਾਂ ਕਈ ਵਾਰ ਮੰਨ ਲਓ ਜੇ 250-300 ਡਾਲਰ ਲੱਗਦੇ ਬੰਦਾ ਗਏ ਤੇ ਕਿਸ਼ਤਾਂ ਨਹੀਂ ਪੂਰੀਆਂ ਦੀਆਂ ਤੈਨੂੰ ਨੇਲਸ ਦੀ ਪਈ ਹੈਗੀ ਆ। ਪਰ ਹੁਣ ਉਹ ਹੈ ਕਿ ਜੇ ਉਹ ਵਿਮਨ ਹੁਣ ਪਰ ਉਹ ਜੇ ਮੰਨ ਲਓ ਮੈਰਿਜ ਹੈਗੀ ਕਿਤੇ ਤੇ ਉਹਨੇ ਤੇ ਨੇਲ ਹੁਣੇ ਹੀ ਕਰਵਾਉਣੇ ਹੈਗੇ, ਉਹ ਵੀ ਜ਼ਰੂਰੀ ਹੈਗਾ। ਪਰ ਹੁਣ ਹੈ ਕਿ ਜੇ ਉਹ ਸਾਰਾ ਦਿਨ ਕੰਮ ਕੀਤਾ ਉਹਨੇ ਘਰੇ ਵੀ ਬਾਹਰ ਵੀ ਬੱਚੇ ਵੀ ਸਾਂਭੇ, ਜੇ ਉਹਨੂੰ ਨੇਲਸ ਕਰਾ ਕੇ ਖੁਸ਼ੀ ਮਿਲਦੀ ਆ ਤਾਂ ਕੀ ਫਰਕ ਪੈਂਦਾ? ਜਾਂ ਇਹ ਕਹਿ ਲਓ ਕਿ ਜੇ ਉਹ ਨੇਲ ਵੀ ਨਹੀਂ ਕਰਾ ਸਕਦੀ ਆਪਣੀ ਮਰਜ਼ੀ ਨਾਲ ਤੇ ਫਿਰ ਉਹਦੇ ਪੈਸੇ ਕਮਾਏ ਦਾ ਕੀ ਫਾਇਦਾ ਹੈਗਾ? ਤਾਂ ਤੁਹਾਨੂੰ ਲੱਗਦਾ ਵੀ ਇਹ ਚੈਲੰਜਸ ਆਰ देयर, ਪਰ ਇਹਦਾ ਸੋਲੂਸ਼ਨ ਇਦਾਂ ਕਰ ਲਓ ਨਾ ਕਿ ਸਾਂਝਾ ਖਰਚਾ ਰੱਖ ਲਓ ਤੇ ਪਾਕਟ ਮਨੀ, ਆਪਾਂ ਛੋਟੇ ਹੁੰਦੇ ਸੀ ਪਾਕਟ ਮਨੀ ਦਿੰਦੇ ਸੀ ਨਾ ਕਰਦੇ ਆਪਾਂ ਨੂੰ। ਪਾਕਟ ਮਨੀ ਦਾ ਮਤਲਬ ਇਹ ਹੈਗਾ ਵੀ ਤੈਨੂੰ ਆਈਸਕ੍ਰੀਮ ਪਸੰਦ ਹੈਗੀ ਤੂੰ ਆਈਸਕ੍ਰੀਮ ਖਾ ਲਾ, ਤੈਨੂੰ ਕੁਲਚੇ ਪਸੰਦ ਹੈ ਤਾਂ ਕੁਲਚੇ ਖਾ ਲਾ, ਜੋ ਵੀ ਤੈਨੂੰ ਚੀਜ਼ ਪਸੰਦ ਹੈਗੀ ਉਹ ਖਾ ਸਕਦਾ। ਆਈ ਥਿੰਕ ਜਿਵੇਂ ਆਪਣੀ ਲਾਈਫ ਚੇਂਜ ਹੋ ਰਹੀ ਹੈ ਨਾ, ਜਦੋਂ ਆਪਾਂ ਇੰਡੀਆ 'ਚ ਹੋਏ ਲਾਈਫ ਡਿਫਰੈਂਟ ਸੀ, ਹੁਣ ਇੱਥੇ ਲਾਈਫ ਚੇਂਜ ਹੋ ਰਹੀ ਹੈ ਤਾਂ ਉਹਦੇ ਨਾਲ ਆਪਾਂ ਨੂੰ ਜੀਣ ਦਾ ਤਰੀਕਾ ਜਿਹੜਾ ਉਹ ਚੇਂਜ ਕਰਨਾ ਪੈਣਾ ਜੇ ਆਪਾਂ ਨੂੰ ਘਰ ਦੇ ਵਿੱਚ ਸੁੱਖ ਸ਼ਾਂਤੀ ਚਾਹੀਦੀ ਹੈ ਤਾਂ ਮਤਲਬ ਆਪਣਾ ਤੁਸੀਂ ਫੈਮਿਲੀ ਦੇ ਦੇਖੋ, ਡੋਂਟ ਥਿੰਕ ਕਿ ਲੋਕੀ ਕੀ ਕਹਿਣਗੇ ਹਨਾ, ਤੁਸੀਂ ਆਪਣਾ ਦੇਖੋ ਕਿ ਤੁਹਾਡੇ ਆਪਣੀ ਫੈਮਿਲੀ ਦੇ ਵਿੱਚ ਵਧੀਆ ਸਿਸਟਮ ਜਿਹੜਾ ਹੈਗਾ ਉਹ ਕਿਸ ਤਰ੍ਹਾਂ ਚੱਲ ਸਕਦਾ ਹੈ। ਇੱਕ ਹੋਰ ਕੈਟਾਗਰੀ ਜਿਹੜੀ ਹੈਗੀ ਆ ਆਪਣੇ ਵੂਮਨ ਜਿਹੜੇ ਵਰਕਿੰਗ ਵੂਮਨ ਹੈਗੀ ਉਹ ਕਿ ਬਿਜ਼ਨਸ ਵੂਮਨ ਹੈਗੇ ਆ, ਠੀਕ ਹੈ, ਉਹ ਆਪਣਾ ਕੋਈ ਬੁਟੀਕ ਚਲਾਉਂਦੇ ਨੇ ਜਾਂ ਇਵਨ ਕਿ ਕੋਈ ਇੰਸ਼ੋਰੈਂਸ ਦਾ ਕੰਮ ਕਰਦੇ ਆ, ਰੈਂਟਰ ਦਾ ਕਰਦਾ, 2000 ਦਾ ਬਿਜ਼ਨਸ ਕੈਟਾਗਰੀਜ਼ ਹੈ ਨਾ, ਵੀ ਸੈਲਫ ਇੰਪਲਾਇਡ ਹੈਗੇ ਨੇ ਉਹਨਾਂ ਦੇ ਕੁਝ। ਕਿ ਤੁਹਾਨੂੰ ਕੀ ਲੱਗਦਾ ਕਿ ਕਿਸੇ ਨੇ ਬਿਜ਼ਨਸ ਸ਼ੁਰੂ ਕਰਨਾ ਹੋਵੇ ਤੇ ਔਰਤ ਤੇ ਮਰਦ ਨੂੰ ਸੇਮ ਹੀ ਚੈਲੰਜਸ ਹੈ ਕਿ ਔਰਤ ਨੂੰ ਕੋਈ ਸਪੈਸੀਫਿਕਲੀ ਚੈਲੰਜਸ ਹੈ? ਆਈ ਥਿੰਕ ਜਦੋਂ ਆਪਾਂ ਬਿਜ਼ਨਸ ਲਾਈਨ 'ਚ ਚਲੇ ਜਾਂਦੇ ਆ ਉਹਦੇ 'ਚ ਤੁਹਾਡੇ ਚੈਲੰਜਸ ਬਹੁਤ ਡਿਫਰੈਂਟ ਆ। ਹੁਣ ਜਦੋਂ ਆਪਾਂ 9 to 5 ਜੌਬ ਕਰਦੇ ਆ, ਆਪਾਂ ਜੌਬ ਤੇ ਗਏ ਆਪਾਂ ਘਰੇ ਆ ਗਏ, ਉਸ ਤੋਂ ਬਾਅਦ ਆਪਣੀ ਕੋਈ ਸਿਰਦਰਦੀ ਨਹੀਂ ਨਾ। ਜਦੋਂ ਆਪਾਂ ਬਿਜ਼ਨਸ ਕਰਦੇ ਆ ਤੁਹਾਨੂੰ ਫੋਨ ਕਾਲਸ ਦੇਖਣੀਆਂ ਪੈਂਦੀਆਂ, ਤੁਹਾਨੂੰ ਹਰ ਤਰ੍ਹਾਂ ਦੇ ਬੰਦੇ ਨਾਲ ਮਿਲਣਾ ਪੈਂਦਾ, ਤੁਹਾਨੂੰ ਹੱਥ ਵੀ ਮਿਲਾਉਣਾ ਪੈਂਦਾ ਤੇ ਤੁਹਾਨੂੰ ਹੱਗ ਵੀ ਕਰਨੀ ਪੈਂਦੀ ਹੈ ਹਨਾ। ਹੁਣ ਜੇ ਘਰੇ ਤੁਹਾਡਾ ਪਾਰਟਨਰ ਇਨਸਿਕਿਉਰ ਆ ਜਾਂ ਉਹਨੂੰ ਟਰਸਟ ਨਹੀਂ ਹੈਗਾ ਜਾਂ ਜੋ ਵੀ ਤੁਹਾਡਾ ਇਸ਼ੂ ਹੈ ਤਾਂ ਤੁਹਾਡੇ ਘਰੇ ਉਸ ਚੀਜ਼ ਦੀ ਰੋਜ਼ ਦੀ ਲੜਾਈ ਆ, ਕਿਉਂਕਿ ਐਜ਼ ਅ ਬਿਜ਼ਨਸ ਵੂਮਨ ਤੁਸੀਂ ਇਹ ਚੀਜ਼ ਤਾਂ ਪਾਰਟ ਆਫ ਇਟ ਆ। ਜੋ ਤੁਸੀਂ ਕਹਤਾ ਮੈਂ ਬਿਜ਼ਨਸ ਕਰਨਾ ਨਾ ਤੇ ਇਹ ਪਾਰਟ ਆਫ ਇਟ ਆ। ਬਿਲਕੁਲ, ਕਿਉਂਕਿ ਕੰਪਨੀਆਂ ਨੂੰ ਵੀ ਮਿਲਣਾ ਹੈਗਾ, ਮੰਨ ਲਓ ਕਿ ਬਾਹਰ ਜਿਹੜੀਆਂ ਕੰਪਨੀਆਂ ਨਾਲ ਤੁਸੀਂ ਡੀਲ ਕਰਨਾ ਹੈਗਾ ਉਹਨਾਂ ਨੂੰ ਵੀ ਮਿਲਣਾ ਪੈਣਾ, ਉਹਨਾਂ ਦੇ ਆਪਣੇ ਕਲਚਰਸ ਹੈਗੇ ਨੇ, ਉਹਨਾਂ ਦੇ ਆਪਣਾ ਵਰਕਿੰਗ ਜਿਹੜਾ ਹੈਗਾ এনवायरमेंट ਹੁੰਦਾ ਹੈਗਾ ਤੇ ਉਹ ਸਾਨੂੰ ਮਤਲਬ ਜਿਹੜਾ ਹੈਗਾ ਕਿ ਮੰਨ ਕੇ ਚੱਲਣਾ ਪਏਗਾ ਕਿ ਜੇ ਮੇਰੀ ਘਰ ਵਾਲੀ ਜਾ ਰਹੀ ਹੈਗੀ ਜਾਂ ਮੇਰੀ ਬੇਟੀ ਜਾ ਰਹੀ ਹੈਗੀ ਹੈ ਬਾਹਰ ਕੰਮ ਕਰਨ ਵਾਸਤੇ ਤੇ ਉਹ ਮਤਲਬ ਇਹਨੂੰ ਇੰਨੀ ਲਿਬਰਟੀ ਉਹਨੂੰ ਦੇਣੇ ਪਏਗੀ ਕਿ ਹਾਂ ਕਿ ਉਹ ਜਾ ਸਕੇ। ਇਹ ਤਾਂ ਪਾਰਟ ਆਫ ਇਟ ਹੈ, ਇਹ ਉਹਦੇ ਨਾਲ ਆਉਣਾ ਹੀ ਆਉਣਾ। ਜੇ ਤੁਸੀਂ ਬਿਜ਼ਨਸ ਕਰਨਾ ਤੁਹਾਨੂੰ ਬਾਹਰ ਇਵੈਂਟਸ ਤੇ ਵੀ ਜਾਣਾ ਪੈਣਾ, ਤੁਹਾਨੂੰ ਸਟੇਜਸ ਤੇ ਵੀ ਜਾਣਾ ਪੈਣਾ, ਰਾਈਟ, ਤੁਹਾਨੂੰ ਹਰ ਤਰ੍ਹਾਂ ਦਾ ਕੱਪੜਾ ਵੀ ਪਾਉਣਾ ਪੈਣਾ। ਜੇ ਪਾਰਟੀ ਹੈ ਕੋਈ ਤਾਂ ਉਹਦੇ 'ਚ ਡਰੈਸ ਆਊਗੀ, ਜੇ ਤੁਸੀਂ ਉਹਦਾ ਬਿਜ਼ਨਸ ਇਵੈਂਟ 'ਚ ਜਾ ਰਹੇ ਹੋ ਉਹ 'ਚ ਤੁਹਾਡਾ ਸੂਟ ਵਗੈਰਾ ਆਊਗਾ, ਜੇ ਤੁਸੀਂ ਪੰਜਾਬੀ ਜਾ ਰਹੇ ਹੋ ਜਿਵੇਂ ਤੀਆਂ ਦਾ ਮੇਲਾ ਆ ਗਿਆ ਉਹ 'ਚ ਤੁਹਾਡਾ ਇੱਕ ਡਿਫਰੈਂਟ ਆਊਟਫਿਟ ਆਊਗਾ। ਸੋ ਉਸ ਹਿਸਾਬ ਨਾਲ ਤੁਹਾਨੂੰ ਆਪਦੀ ਪਰਸਨੈਲਿਟੀ ਨੂੰ ਇਨਹਾਂਸ ਵੀ ਕਰਨਾ ਪੈਂਦਾ, ਉਹਦੇ ਤੇ ਵਰਕ ਵੀ ਕਰਨਾ ਪੈਂਦਾ। ਬਟ ਇਟਸ ਲਾਈਕ ਐਜ਼ ਅ ਪਾਰਟਨਰ ਤੁਹਾਨੂੰ ਇਹ ਚੀਜ਼ ਸਮਝਣੀ ਪੈਣੀ ਹੈ ਕਿ ਇਹ ਕੰਮ ਦਾ ਹੀ ਇੱਕ ਪਾਰਟ ਹੈ, ਇਹ ਉਹਦੀ ਐਸ਼ ਨਹੀਂ ਹੈਗੀ। ਕਿਤੇ ਆਪਾਂ ਇਹ ਚੀਜ਼ ਕਹਿ ਦਿੰਦੇ ਕਿ ਉੱਥੇ ਤੂੰ ਇੱਧਰ ਤੁਰੀ ਫਿਰਦੀ ਗਰਮੀ 'ਚ ਚੰਗਾ ਲੱਗਦਾ ਹੈ ਰਾਈਟ, ਤੂੰ ਇੱਧਰ ਤੁਰੀ ਫਿਰਦੀ ਹੈ ਤੂੰ ਉੱਧਰ। ਮੈਂ ਬਹੁਤ ਸੁਣੀ ਹੈ ਇਹ ਲਾਈਨ ਕਿ ਮੇਰਾ ਘਰ ਵਾਲਾ ਕਹਿੰਦਾ ਤੂੰ ਹੁਣ ਇੱਧਰ ਨੂੰ ਬੈਗ ਚੱਕ ਕੇ ਤੁਰ ਪਈ ਤੂੰ ਉੱਧਰ, ਬਟ ਦਿਸ ਇਜ਼ ਅ ਪਾਰਟ ਆਫ ਲਾਈਫ। ਇਹ ਹੁਣ ਉਹ ਵਿਮਨ ਨਹੀਂ ਹੈਗੀ ਜਿਹੜੀ ਘਰੇ ਬਹਿ ਕੇ 4 ਰੋਟੀਆਂ ਲਾ ਰਹੀ ਹੈ, ਇਹ ਉਹ ਵਿਮਨ ਹੈ ਜਿਹੜੀ ਤੁਹਾਡੇ ਨਾਲ ਬਰਾਬਰ ਤੇ ਘਰ ਚਲਾ ਰਹੀ ਹੈ ਪਰ ਆਪਣਾ ਬਿਜ਼ਨਸ ਵੀ ਰਨ ਕਰ ਰਹੀ ਹੈਗੀ। ਵੱਡੀ ਗੱਲ ਇਹ ਹੈਗੀ ਕਿ ਜੇ ਜੌਬ ਕਰਨੀ ਹੈਗੀ ਉਹ ਥੋੜਾ ਜਿਹਾ ਆਪਾਂ ਫਿਰ ਵੀ ਈਜ਼ੀ 'ਚ ਲੈ ਲੈਂਦੇ। ਜੌਬ ਦੇ ਜਿਹੜੇ ਹੈਗੇ ਨੇ ਆਪਣੇ ਜਿਹੜੇ ਬਿਜ਼ਨਸ ਦੇ ਜਿਹੜੇ ਹੈਗੇ ਨੇ ਉਹਦੇ ਆਪਣੇ ਮੈਂ ਵੀ ਚੈਲੰਜਸ ਹੁੰਦੇ ਹੈਗੇ, ਪਰ ਕਿਸੇ ਵੀ ਜਿਹੜੀ ਆਪਣੀ ਔਰਤ ਨੇ ਜਾਂ ਕਿਸੇ ਕੁੜੀ ਨੇ ਮਤਲਬ ਕੋਈ ਬਿਜ਼ਨਸ ਸ਼ੁਰੂ ਕਰਨਾ ਹੋਵੇ ਤੇ ਕਿੰਨਾ ਕਿ ਤੁਹਾਨੂੰ ਲੱਗਦਾ ਈਜ਼ੀ ਆ ਜਾਂ ਅਪਰਚੁਨਿਟੀਜ਼ ਹੈਗੀਆਂ ਕਿ ਆਪਾਂ ਉਹ ਕਰ ਸਕਦੀਆਂ ਹੈਗੀਆਂ? ਦੇਖੋ ਜਦੋਂ ਆਪਾਂ ਇਹ ਚੀਜ਼ ਸੋਚ ਲਈ ਕਿ ਮੈਂ ਆਹ ਚੀਜ਼ ਕਰਨੀ ਆ ਤਾਂ ਕੋਈ ਵੀ ਤਾਕਤ ਤੁਹਾਨੂੰ ਰੋਕ ਨਹੀਂ ਸਕਦੀ। ਜੇ ਆਪਾਂ ਕਹੀਏ ਕਿ ਹਰਡਲਸ ਆਉਣਗੀਆਂ, ਪ੍ਰੋਬਲਮਾਂ ਮੁਸ਼ਕਲਾਂ ਉਹ ਆਉਣੀਆਂ ਹੀ ਆਉਣੀਆਂ, ਕਿਉਂਕਿ ਇੱਕ ਨਵੀਂ ਸਕਿੱਲ ਸੈੱਟ ਹੈ, ਇੱਕ ਨਵੀਂ ਚੀਜ਼ ਹੈ ਜਿਹੜੀ ਆਪਾਂ ਕਰ ਰਹੇ ਹਾਂ ਜੋ ਆਪਾਂ ਪਹਿਲਾਂ ਨਹੀਂ ਕੀਤੀ। ਤਾਂ ਜਦੋਂ ਇੱਕ ਪੰਜਾਬੀ 'ਚ ਕਹਾਵਤ ਹੈ ਕਹਿੰਦੇ ਕਿ ਜਦੋਂ ਦਰਖਤ ਨੂੰ ਤੁਸੀਂ ਪਾਣੀ ਪਾਉਂਦੇ ਹੋ ਨਾ, ਸ਼ੁਰੂ ਪੌਦਾ ਲਾਉਂਦੇ ਹੋ ਉਦੋਂ ਹੀ ਫਲ ਨਹੀਂ ਖਾਂਦੇ, ਉਹਨੂੰ 2 ਤੋਂ 3 ਸਾਲ ਤਾਂ ਮਿਨੀਮਮ ਲੱਗਦੇ ਹੀ ਲੱਗਦੇ ਆ, ਰਾਈਟ। 2 ਤੋਂ 3 ਸਾਲ ਜੇ ਕੋਈ ਨਵਾਂ ਬਿਜ਼ਨਸ ਸ਼ੁਰੂ ਕਰੋ, ਮੈਂ ਹੀ ਲੈ ਕੇ ਚੱਲਦੀ ਹਾਂ 2 ਤੋਂ 3 ਸਾਲ ਹੋ ਸਕਦਾ ਪੱਲਿਓਂ ਹੀ ਪੈਸੇ ਪਾਉਣੇ ਪੈਣ। ਇਹ ਮਾਈਂਡਸੈਟ ਜੋ ਤੁਸੀਂ ਲੈ ਕੇ ਚੱਲੋਗੇ ਤਾਂ ਤੁਸੀਂ ਸਬਰ ਤੇ ਸੰਤੋਖ ਨਾਲ ਜਾਓਗੇ, ਤੁਸੀਂ ਚੀਜ਼ਾਂ ਨੂੰ ਸਿੱਖੋਗੇ ਕਿ ਮੇਰੇ ਲਈ ਅਗਲਾ ਸਟੈਪ ਕੀ ਆ, ਮੈਂ ਲਰਨ ਕਿੱਦਾਂ ਕਰਨਾ, ਮੈਂ ਕਿਤਾਬ ਪੜ੍ਹਨੀ ਆ, ਮੈਂ ਕੋਈ ਐਜੂਕੇਸ਼ਨ ਕਰਨੀ ਆ, ਮੈਂ ਕੋਈ ਕੋਰਸ ਲੈਣਾ, ਮੈਂ ਕਿਸੇ ਤੋਂ ਸਿੱਖਣਾ, ਮੈਂ ਲੋਕਾਂ ਨੂੰ ਮਿਲ ਕੇ ਸਿੱਖਣਾ ਜਾਂ ਆਪਦੇ ਆਪ ਤੇ ਵਰਕ ਕਰਨਾ, ਰਾਈਟ। ਬਹੁਤ ਚੀਜ਼ਾਂ ਪਰ 2 ਤੋਂ 3 ਸਾਲ ਤਾਂ ਲੈ ਕੇ ਚੱਲੋ ਕਿ ਇਹਨੂੰ ਮੈਨੂੰ ਦੇਣੇ ਪੈਣੇ ਆ। ਬਾਕੀ ਇਹ ਹੈਗਾ ਕਿ ਜਿੱਥੋਂ ਵੀ ਤੁਹਾਨੂੰ ਸਪੋਰਟ ਲੈਣ ਦੀ ਲੋੜ ਪੈਂਦੀ ਹੈਗੀ ਤੁਸੀਂ ਸਪੋਰਟ ਲਓ, ਵੀ ਝਿਜਕੋ ਨਾ, ਠੀਕ ਹੈ, ਵੀ ਤੁਸੀਂ ਜਿੱਥੇ ਵੀ ਤੁਹਾਨੂੰ ਲੱਗਦਾ ਹੈਗਾ। ਬਾਕੀ ਹੈਗਾ ਕਿ ਆਪਣੇ ਆਪ ਨੂੰ ਜਿਹੜਾ ਹੈਗਾ ਕਿ ਅਪਡੇਟਡ ਜ਼ਰੂਰ ਰੱਖੋ, ਨਵੀਂ ਟੈਕਨੋਲੋਜੀ, ਨਵੀਂ ਜਿਹੜੇ ਹੈਗੇ ਬਿਜ਼ਨਸ ਜਿਹੜੇ ਟ੍ਰੈਂਡ ਚੱਲ ਰਹੇ ਕਿ ਉਹਨਾਂ ਨੂੰ ਜਿਹੜੇ ਹੈਗੇ ਫੋਲੋ ਕਰਦੇ ਰਹੋ। ਹਾਂ, ਇਹਦੇ ਤੇ ਮੈਂ ਇੱਕ ਚੀਜ਼ ਜ਼ਰੂਰ ਕਹਿਣਾ ਚਾਹੂੰਗੀ ਕਿ ਕਈ ਵਾਰ ਆਪਾਂ ਇਹ ਸੋਚ ਲੈਂਦੇ ਕਿ ਜਿਹੜੀ ਚੀਜ਼ ਮੈਂ ਕਰ ਰਹੀ ਇੰਨੇ ਸਾਲਾਂ ਤੋਂ ਮੈਂ ਉਹੀ ਕਰੀ ਜਾਵਾਂ, ਪਰ ਆਪਾਂ ਨੂੰ ਟਾਈਮ ਦੇ ਨਾਲ ਬਦਲਣਾ ਪੈਂਦਾ, ਚੇਂਜ ਕਰਨਾ ਪੈਂਦਾ। ਮੈਨੂੰ ਯਾਦ ਹੈ ਸਾਇੰਸ ਦੀ ਕਿਤਾਬ ਦੀ ਨਾ ਪਹਿਲੀ ਲਾਈਨ ਹੁੰਦੀ ਸੀ, ਕਹਿੰਦੇ ਸੀ ਸਰਵਾਈਵਲ ਆਫ ਦ ਫਿਟੈਸਟ।
ਕਿ ਜੰਗਲ 'ਚ ਵੀ ਉਹੀ ਬਚਦਾ ਜਿਹੜਾ ਫਿਟੈਸਟ ਹੋਏਗਾ, ਟਾਈਮ ਦੇ ਜਿਹੜਾ ਨਾਲ ਅਡੈਪਟ ਕਰੀ ਜਾਂਦਾ, ਚੇਂਜ ਕਰੀ ਜਾਂਦਾ, ਹਨਾ। ਜਿਵੇਂ ਮੋਨਿਕਾ ਜੀ ਨਾਲ ਗੱਲ ਹੋਈ ਤੇ ਕਹਿੰਦੇ ਮੈਨੂੰ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ, ਤੁਸੀਂ ਕਿਹਾ ਨਾ ਵੀ ਉਹ ਆਪਣਾ ਟਾਈਮ ਦੇ ਹਿਸਾਬ ਨਾਲ ਚੇਂਜ ਕਰਨਾ, ਇੱਥੇ ਮੈਂ ਬੁੱਕ ਰਿਕਮੈਂਡ ਕਰਨਾ ਚਾਹਾਂਗਾ ਹੂ ਮੂਵਡ ਮਾਈ ਚੀਜ਼, ਠੀਕ ਹੈ ਵੀ ਉਹ ਬੜੀ ਵੰਡਰਫੁਲ ਬੁੱਕ ਹੈਗੀ ਹੂ ਮੂਵਡ ਮਾਈ ਚੀਜ਼। ਉਹਦੇ 'ਚ ਹੈਗਾ ਕਿ ਆਉਂਦੇ ਜਿਹੜੀ ਹੈਗੇ ਚੇਂਜਸ ਨੂੰ ਆਪਾਂ ਜਿਹੜਾ ਹੈਗਾ ਕਿ ਉਹਨੂੰ ਮਤਲਬ ਕਿ ਸਮਝ ਕੇ ਆਪਣੇ ਆਪ ਨੂੰ ਕਿੱਦਾਂ ਚੇਂਜ ਕਰਨਾ ਹੈਗਾ, ਤਾਂ ਹੀ ਅਸੀਂ ਜਿਹੜਾ ਹੈਗਾ ਵੀ ਕਾਮਯਾਬ ਰਹਿ ਸਕਦੇ, ਤਾਂ ਹੀ ਮਾਰਕੀਟ 'ਚ ਅਸੀਂ ਜਿਹੜਾ ਰਹਿ ਸਕਦੇ ਹੈਗੇ, ਨਹੀਂ ਤੇ ਅਸੀਂ ਐਲੀਮੀਨੇਟ ਹੋ ਜਾਵਾਂਗੇ। ਤੇ ਹੂ ਮੂਵਡ ਮਾਈ ਚੀਜ਼ ਛੋਟੀ ਜਿਹੀ ਕਿਤਾਬ ਜ਼ਰੂਰ ਪੜ੍ਹੇ। ਯੈਸ, ਐਂਡ ਇੱਕ ਚੀਜ਼ ਮੈਂ ਹੋਰ ਤੇ ਕਹਿਣਾ ਚਾਹੁੰਦੀ ਹਾਂ ਕਿ ਹੋ ਸਕਦਾ ਮੈਂ ਗਲਤ ਹੋਵਾਂ ਇੱਥੇ, ਪਰ ਜੋ ਮੈਂ ਦੇਖਦੀ ਨਾ ਆਪਣੀ ਕਮਿਊਨਿਟੀ 'ਚ ਜੇ ਦੋ ਬੰਦੇ ਇੱਕੋ ਬਿਜ਼ਨਸ ਕਰ ਰਹੇ ਆ ਨਾ, ਆਪਾਂ ਕਿਤੇ ਨਾ ਕਿਤੇ ਉਹਨੂੰ ਐਜ਼ ਅ ਕੰਪੀਟੀਸ਼ਨ ਐਂਡ ਜੈਲਸੀ ਲੈ ਕੇ ਚੱਲਦੇ ਆ। ਮੇਰਾ ਕੁਐਸਚਨ ਇਹ ਹੈ ਕਿ ਦੇਖੋ ਕੈਲਗਰੀ ਬਹੁਤ ਵੱਡੀ ਆ, 1 ਮਿਲੀਅਨ ਤੋਂ ਉੱਪਰ ਬੰਦਾ ਇੱਥੇ, ਹਨਾ। ਆਪਾਂ ਨੂੰ ਹਰ ਇੱਕ ਬਿਜ਼ਨਸ 'ਚ ਘੱਟੋ ਘੱਟ 8 ਤੋਂ 9 ਬਿਜ਼ਨੈਸਿਸ ਚਾਹੀਦੇ ਆ, ਉਹ ਫਿਰ ਵੀ ਘੱਟ ਪੈਣੇ ਆ ਜੀ, ਠੀਕ ਹੈ। ਹਰ ਚੀਜ਼ ਦੇ ਵਿੱਚ, ਚਾਹੇ ਤੁਸੀਂ ਰੈਸਟੋਰੈਂਟਸ ਲੈ ਲਓ, ਚਾਹੇ ਤੁਸੀਂ ਫਿਟਨੈਸ ਲੈ ਲਓ, ਚਾਹੇ ਤੁਸੀਂ ਰੀਅਲ ਸਟੇਟ ਏਜੰਟਸ ਲੈ ਲਓ, ਹਰ ਚੀਜ਼ ਦੇ ਵਿੱਚ ਆਪਾਂ ਨੂੰ ਇੱਕ ਤੋਂ ਵੱਧ ਸਕਸੈਸਫੁਲ ਲੋਕ ਚਾਹੀਦੇ ਆ, ਬਿਲਕੁਲ ਰਾਈਟ। ਸੋ ਉਹਦੇ ਲਈ ਇੱਕ ਦੂਜੇ ਨਾਲ ਮਿਲ ਕੇ ਕੰਮ ਕਰੋ, ਸੋ ਉਹਦੇ ਨਾਲ ਤੁਸੀਂ ਸਿੱਖ ਕੇ ਕੰਮ ਕਰੋ, ਹਾਂ, ਕਿਉਂਕਿ ਹਰ ਇੱਕ ਬੰਦੇ ਦੀ ਆਪਦੀ ਸਕਿੱਲ ਆ, ਤੁਸੀਂ ਕੁਝ ਨਵਾਂ ਸਿੱਖੋਗੇ, ਤੁਸੀਂ ਕਮਿਊਨਿਟੀ ਨੂੰ ਓਵਰਆਲ ਰਲ ਕੇ ਅੱਗੇ ਵਧਾਓਗੇ। ਇੱਕ ਦੂਜੇ ਦੀ ਲੱਤ ਖਿੱਚਣ ਨਾਲ ਕਿਸੇ ਨੂੰ ਕੋਈ ਬੈਨੀਫਿਟ ਨਹੀਂ ਹੋਣਾ। ਬਿਲਕੁਲ, ਨਾਲੇ ਉਹੀ ਗੱਲ ਹੈਗੀ ਕਿ ਕਈ ਵਾਰੀ ਹੁੰਦਾ ਕਿ ਤੁਸੀਂ ਮੰਨ ਲਓ ਰੈਸਟੋਰੈਂਟ ਇੱਕ ਨੇ ਖੋਲਿਆ, ਤੁਸੀਂ ਖੋਲਿਆ, ਤੁਹਾਡੀ ਸਕਸੈਸ ਤੁਹਾਡੇ ਰੈਸਪੀ ਤੇ ਤੁਹਾਡੀ ਸਰਵਿਸ ਤੇ ਤੁਹਾਡੇ ਪ੍ਰੋਡਕਟ ਤੇ ਉਹ ਤੇ ਡਿਪੈਂਡ ਕਰਨੀ ਹੈਗੀ ਹੈ, ਨਾ ਕਿ ਵੀ ਕੋਈ ਨਾਲ ਦਾ ਖੁੱਲ ਗਿਆ ਹੈਗਾ ਕਿ ਵੀ ਉਹਨੇ ਜਿਹੜਾ ਹੈਗਾ ਤੁਹਾਡਾ ਕਿ ਬੰਦ ਕਰ ਦੇਣਾ। ਤੇ ਆਪਣੇ ਆਪ ਤੇ ਕੌਨਫੀਡੈਂਸ ਰੱਖਣਾ ਚਾਹੀਦਾ ਹੈਗਾ ਕਿ ਮੈਂ ਜਿਹੜਾ ਕਰ ਸਕਦਾ। ਪਰ ਫਿਰ ਵੀ ਮੋਨਿਕਾ ਜੀ ਜਿੱਦਾਂ ਮੈਂ ਦੇਖਿਆ ਹੈਗਾ ਕਿ ਜਿਹੜੇ ਤੇ ਜੌਬ ਦੇ ਵਿੱਚ ਹੈਗੀਆਂ ਆਪਣੀਆਂ ਕਾਫੀ ਸਾਰੀ ਜਿਹੜੀਆਂ ਔਰਤਾਂ ਕੰਮ ਕਰਦੀਆਂ ਹੈਗੀਆਂ, ਪਰ ਬਿਜ਼ਨਸ ਦੇ ਵਿੱਚ ਅਜੇ ਤੱਕ ਵੀ ਘੱਟ ਹੈਗੀ ਪ੍ਰੈਜੈਂਟੇਸ਼ਨ ਉਹਨਾਂ ਦੀ, ਮੈਂ ਨੈਗਲੀਜੀਬਲ ਵੀ ਮੈਂ ਕਹਿ ਸਕਦਾ ਹੈਗਾ ਵੀ ਨਾ ਮਾਤਰ ਹੀ ਹੈਗੇ। ਕੁਝ ਕੁ ਰਿਐਲਟਰ ਹੈਗੀਆਂ, ਉਹ ਵੀ ਇੰਨੀਆਂ ਨਹੀਂ ਕੁੜੀਆਂ ਹੈਗੀਆਂ ਵੀ ਜਿੰਨੀਆਂ ਆਪਾਂ ਸੋਚਦੇ ਹਾਂ। ਕੁਝ ਇੰਸ਼ੋਰੈਂਸ ਸੈਕਟਰ ਦੇ ਵਿੱਚ ਹੈਗੀਆਂ, ਥੋੜ੍ਹੀਆਂ ਜਿਹੀਆਂ ਮਤਲਬ ਪੀਕ ਦੇ ਵਿੱਚ ਹੋਣਗੀਆਂ, ਪਰ ਉੱਦਾਂ ਬਹੁਤ ਜ਼ਿਆਦਾ ਜਿਹੜੀਆਂ ਹੈਗੀਆਂ ਨਜ਼ਰ ਨਹੀਂ ਆਉਂਦੀਆਂ। ਉਹਦਾ ਕੀ ਤੁਸੀਂ ਕਾਰਨ ਸਮਝਦੇ ਹੈਗੇ ਵੀ ਓਪਰਚੁਨਿਟੀਜ਼ ਘੱਟ ਹੈਗੇ ਕਿ ਜਾਂ ਇੱਛਾ ਸ਼ਕਤੀ ਨਹੀਂ ਹੈ ਜਾਗੀ ਹੈਗੀ ਆ? ਓਪਰਚੁਨਿਟੀਜ਼ ਆਈ ਥਿੰਕ everybody is different, ਹੈ ਨਾ। ਕਈ ਵਾਰ ਕੋਈ ਲੋਕੀ ਇਹ ਸੋਚ ਜਾਂਦੇ, ਜੋ ਮੈਂ ਹੁਣ ਰੀਅਲ ਸਟੇਟ ਬਾਰੇ ਸੁਣਦੀ ਹਾਂ ਕਿ ਇੱਟ ਪੁੱਟੋ ਰੀਅਲ ਸਟੇਟ ਆ, ਹਰ ਇੱਕ ਆਲਰੇਡੀ ਬਹੁਤ ਜ਼ਿਆਦਾ, ਪਰ ਡਜ਼ਨਟ ਮੈਟਰ। ਜਿਹੜਾ ਵੀ ਬੰਦਾ ਕਹਿੰਦਾ ਨਾ ਕਿ ਮੈਂ ਕੁਝ ਕਰਨਾ ਹੈ, ਲੇਡੀ ਕਹਿੰਦੀ ਮੈਂ ਕਿਸੇ ਵੀ ਬਿਜ਼ਨਸ ਹੈ, ਡਜ਼ਨਟ ਮੈਟਰ ਕਿੰਨਾ ਕੰਪੀਟੀਸ਼ਨ ਹੈ, ਡਜ਼ਨਟ ਮੈਟਰ ਤੁਸੀਂ ਕਿਹੜੇ ਲੈਵਲ ਤੇ ਹੋ, ਪਰ ਜੇ ਤੁਸੀਂ ਇੱਕ ਚੀਜ਼ ਨੂੰ ਸਾਧ ਲਓਗੇ ਕਿ ਜੇ ਮੈਂ ਕਹਾਂ ਫਿਟਨੈਸ ਹੈ, ਵੀ ਮੈਂ ਫਿਟਨੈਸ ਮੇਰੇ ਲਈ ਧਰਮ ਹੈ, ਫਿਟਨੈਸ ਮੇਰੇ ਲਈ ਸਾਰਾ ਕੁਝ ਹੈ, ਤੇ ਜਿਹੜੀ ਚੀਜ਼ ਗਲਤ ਮੈਂ ਨਹੀਂ ਕਰਾਉਣੀ, ਤੇ ਜਿੰਨੀ ਦੇਰ ਤੱਕ ਮੈਂ ਪਰਫੈਕਟ ਨਹੀਂ ਬਣ ਜਾਂਦੀ, ਮੈਂ ਆਪਦੇ ਆਪ ਨੂੰ ਟ੍ਰੇਨਰ ਹੀ ਨਹੀਂ ਮੰਨਦੀ। ਤਾਂ ਜਿੰਨਾ ਮਰਜ਼ੀ ਕੰਪੀਟੀਸ਼ਨ ਹੋਵੇ, ਤੁਹਾਡੇ ਕੋਲ ਬ੍ਰੈਡ ਐਂਡ ਬਟਰ ਦੀ ਕਦੇ ਕਮੀ ਨਹੀਂ ਹੋਊਗੀ। ਨਾਲ ਇਹ ਹੁੰਦਾ ਕਿ ਜਿਹੜੇ ਬਿਜ਼ਨਸ ਜਿੰਨਾ ਜ਼ਿਆਦਾ ਕੰਪੀਟੀਸ਼ਨ ਹੁੰਦਾ ਨਾ, ਮਤਲਬ ਉਹਦੀ ਡਿਮਾਂਡ ਵੀ ਉਨੀ ਜ਼ਿਆਦਾ ਹੀ ਹੈ, ਤਾਂ ਹੀ ਇੰਨੇ ਜ਼ਿਆਦਾ ਲੋਕੀ ਉਹਦੇ ਵਿੱਚ ਹੈਗੇ ਆ। ਹਾਂ, ਐਂਡ ਪਲੱਸ ਤੁਹਾਡੀ ਅਗੇਨ ਜਿਵੇਂ ਤੁਸੀਂ ਗੱਲ ਕਹੀ ਸਰਵਿਸ, ਤੁਸੀਂ ਕਿੱਦਾਂ ਗੱਲਬਾਤ ਕਰਦੇ ਹੋ, ਐਂਡ ਆਈ ਥਿੰਕ ਉਹ ਜੇ ਆਪਾਂ ਡੀਪ ਡਾਊਨ ਦੇਖੀਏ ਤਾਂ ਗੱਲ ਆ ਜਾਂਦੀ ਹੈ ਕੌਨਫੀਡੈਂਸ ਦੀ, ਕਿ ਜੇ ਵਿਮਨ ਇਹ ਸੋਚਦੀ ਹੈ ਕਿ ਮੇਰੇ 'ਚ ਇਨਫ ਕੌਨਫੀਡੈਂਸ ਹੈ, ਮੈਂ ਕੁਝ ਵੀ ਕਰ ਸਕਦੀ ਹਾਂ, ਤੁਸੀਂ ਅੰਦਰੋਂ ਫੀਲ ਕਰਦੇ ਹੋ, ਤਾਂ ਤੁਸੀਂ ਜਿਹੜੇ ਮਰਜ਼ੀ ਫੀਲਡ 'ਚ ਚੱਲ ਜਾਓ, ਤੁਸੀਂ ਗਰੋ ਕਰੋਗੇ, ਹੈ ਨਾ। ਪਰ ਸਪੋਰਟ, ਆਈ ਥਿੰਕ ਸਪੋਰਟ ਘੱਟ ਹੋ ਸਕਦੀ ਹੈ ਜੇ ਆਪਾਂ ਕਹੀਏ ਕਿ ਵਿਮਨ ਹੈ ਜਿਹੜੀਆਂ ਨਹੀਂ ਅੱਗੇ ਆ ਰਹੀਆਂ, ਹੈ ਨਾ। ਫੈਮਿਲੀ ਸਪੋਰਟ ਘੱਟ ਹੋ ਸਕਦੀ ਆ। ਸੈਕਿੰਡ ਥਿੰਗ ਇਹ ਹੋ ਸਕਦੀ ਹੈ ਮਜਬੂਰੀਆਂ, ਬੱਚਾ ਛੋਟਾ ਤਾਂ ਵੀ ਤੁਸੀਂ ਸਟੈਪ ਬੈਕ ਕਰ ਲੈਂਦੇ ਹੋ। ਜਾਂ ਕਈ ਵਾਰ ਇਹ ਵੀ ਹੁੰਦਾ ਕਿ ਔਰਤਾਂ ਜਿਹੜੀਆਂ ਹੈਗੀਆਂ, ਮੈਨੂੰ ਲੱਗਦਾ ਕਿ ਉਹਨੂੰ ਐਜ ਏ ਮਤਲਬ ਆਪਸ਼ਨ ਗਿਣਤੀਆਂ ਵੀ ਘੱਟ ਹੈਗੀਆਂ ਕਿ ਮੈਂ ਆਪਣਾ ਵੀ ਕੁਝ ਕਰ ਸਕਦੀ ਹੈਗੀਆਂ ਜ਼ਿਆਦਾ, ਕਿਉਂਕਿ ਅਸੀਂ ਉਹਨੂੰ ਕਿ ਇਹ ਲੈ ਲੈਂਦੇ ਹੈਗੇ ਕਿ ਆਪਾਂ ਨੂੰ ਇੱਕ ਇਨਕਮ ਸਪਲੀਮੈਂਟ ਚਾਹੀਦਾ ਹੈਗਾ, ਵੀ ਥੋੜ੍ਹੀ ਜਿਹੀ ਸਪਲੀਮੈਂਟ ਟੂ ਆਵਰ ਜਿਹੜੀ ਇਨਕਮ ਹੈਗੀ ਘਰ ਦੀ, ਉਹਨੂੰ ਥੋੜ੍ਹਾ ਪਤਾ ਵੀ ਚਲੋ ਐਡੀਸ਼ਨ ਥੋੜ੍ਹੀ ਜਿਹੀ ਆ ਜਾਏਗੀ, ਚਲੋ ਉਹਦੇ ਨਾਲ ਜਿਵੇਂ ਹੋ ਜਾਏਗਾ ਨਾ। ਆਪਾਂ ਉਸ ਥਾਟ ਪ੍ਰੋਸੈਸ 'ਚ ਚੱਲ ਰਹੇ ਹੈਗੇ ਆ, ਇਸ ਕਰਕੇ ਬਿਜ਼ਨਸ ਬਾਰੇ ਜਿਹੜਾ ਹੈਗਾ ਕਿ ਆਪਾਂ ਨਹੀਂ ਸੋਚ ਪਾ ਰਹੇ ਹੈ। ਆਈ ਥਿੰਕ ਜੇ ਹੁਣ ਆਪਾਂ ਛੋਟੇ ਹੁੰਦੇ ਚਲੇ ਜਾਈਏ, ਜਦੋਂ ਤੁਸੀਂ ਛੋਟੇ ਸੀ, ਹੈ ਨਾ, ਤੇ ਕਦੇ ਸੁਣਿਆ ਸੀ ਕਿ ਘਰ ਦੇ ਕਹਿੰਦੇ ਹੁਣ ਵਿਮਨ ਨੂੰ ਜਾਂ ਕੁੜੀ ਨੂੰ, ਉਹ ਤੂੰ ਆ ਸਿੱਖ ਲਾ, ਤੂੰ ਵੱਡੇ ਹੋ ਕੇ ਬਿਜ਼ਨਸ ਕਰਨਾ। ਹਾਂ, ਨਹੀਂ ਉਹੀ ਕਿਹਾ ਨਾ ਵੀ ਉਹ ਥਾਟ ਪ੍ਰੋਸੈਸ ਹੀ ਨਹੀਂ, ਉਹ ਆਇਆ ਹੀ ਨਹੀਂ ਹੈਗਾ। ਕਦੇ ਹੈ ਹੀ ਨਹੀਂ, ਹਮੇਸ਼ਾ ਕੀ ਕਿਹਾ ਜਾਂਦਾ, ਤੂੰ ਰੋਟੀ ਲਾਉਣੀ ਸਿੱਖ ਲਾ, ਗੋਲ ਲਾਉਣੀ ਸਿੱਖ ਲਾ, ਹਨਾ, ਕੱਲ ਨੂੰ ਤੂੰ ਵਿਆਹ ਕਰਾਉਣਾ, ਆਹੀ ਸੁਣਿਆ ਆਪਾਂ। ਉਹ ਮਾਈਂਡ ਸੈਟ ਜਦੋਂ ਤੁਸੀਂ ਇੱਕ ਚੀਜ਼ ਨੂੰ ਵਾਰ-ਵਾਰ ਸੁਣੀ, ਤੁਹਾਡਾ ਮਾਈਂਡ ਸੈਟ ਕੀ ਬਣ ਜਾਂਦਾ ਕਿ ਸ਼ਾਇਦ ਇੰਨੀ ਕੀ ਮੇਰੀ ਲਾਈਫ ਆ, ਪਰ ਜੇ ਮੈਂ ਇੰਨਾ ਕਿ ਵੀ ਕਰ ਦਾਂਗੀ ਤਾਂ ਉਹ ਵੀ ਬਹੁਤ ਹੈ, ਉਹ ਬਹੁਤ। ਪਰ ਹੁਣ ਆਪਾਂ ਨੂੰ ਐਜ਼ ਅ ਵਿਮਨ ਇਹ ਸਮਝਣ ਦੀ ਲੋੜ ਹੈ ਕਿ ਆਪਾਂ ਉਸ ਬਬਲ ਚੋਂ ਬਾਹਰ ਆ ਗਏ ਹਾਂ। ਉਹ ਪੁਰਾਣਾ ਜਿਹੜਾ ਬਲੀਫ ਸਿਸਟਮ ਹੈ ਉਹਨੂੰ ਸ਼ਰੈਡ ਕਰ ਦਿਓ, ਨਵਾਂ ਬਲੀਫ ਸਿਸਟਮ ਹੈ ਕਿ ਪੂਰੀ ਦੁਨੀਆ ਆਪਣੇ ਲਈ ਓਪਨ ਹੈ, ਓਪਰਚੁਨਿਟੀਜ਼ ਬਹੁਤ ਹੈ, ਪੋਸੀਬਿਲਿਟੀਜ਼ ਬਹੁਤ ਹੈ। ਆਪਾਂ ਕੀ ਕਰਨਾ ਮੰਗਦੇ? ਇੱਕ ਵਾਰੀ ਆਪਦੇ ਆਪ ਨੂੰ ਕੁਐਸਚਨ ਪੁੱਛੋ ਕਿ ਮੈਂ ਜ਼ਿੰਦਗੀ 'ਚ ਕੀ ਚਾਹੁੰਦੀ ਹਾਂ।
ਬਿਲਕੁਲ ਐਂਡ ਦੈਨ ਗੋ ਫॉर ਇਟ। ਹਾਂਜੀ, ਇੱਕ ਜਿਹੜਾ ਹੋਰ ਫੀਲਡ ਹੈਗਾ ਜਿਹਦੇ 'ਚ ਮੈਨੂੰ ਆਪ ਨੂੰ ਵੀ ਲੱਗਦਾ ਹੈਗਾ ਕਿ ਖਾਸ ਕਰਕੇ ਮੈਂ ਆਪਣੀ ਪੰਜਾਬੀ ਮੈਂਟੈਲਿਟੀ ਜਿਹੜੀ ਹੈਗੀ ਆ ਹਾਂਜੀ। ਉਹ ਔਰਤਾਂ ਦੇ ਵਾਸਤੇ ਜਿਹੜਾ ਬੈਰੀਅਰ ਉਹਨਾਂ ਨੇ ਲਗਾਇਆ ਹੋਇਆ ਉਹਨੂੰ ਐਂਟਰ ਨਹੀਂ ਕਰਦੇ, ਉਹਦਾ ਹੈਗਾ ਪੋਲਿਟਿਕਸ। ਠੀਕ ਹੈ, ਮੈਂ ਦੇਖਿਆ ਕਿ ਬਹੁਤ ਹੀ ਰੇਅਰ ਜਿਹੜੀਆਂ ਹੈਗੀਆਂ ਵੀ ਔਰਤਾਂ ਜਿਹੜੀਆਂ ਹੈਗੀਆਂ ਵੀ ਡੇਅਰ ਵੀ ਕਰਦੀਆਂ ਹੈਗੀਆਂ ਜਾਂ ਉਹਨਾਂ ਨੂੰ ਅਪਰਚੁਨਿਟੀ ਨਹੀਂ ਮਿਲਦੀ ਵਟਸਐਪ ਵੀ ਉਹ ਜਿਹੜੀਆਂ ਪੋਲਿਟਿਕਸ ਦੇ ਵਿੱਚ ਘੱਟ ਆਪਣੀਆਂ ਜਿਹੜੀ ਹੈਗੀ ਜਿਵੇਂ ਨੋਮੀਨੇਸ਼ਨ ਹੋਣੀ ਹੋਏਗੀ 10 ਬੰਦੇ ਨੋਮੀਨੇਸ਼ਨ ਤੇ ਖੜੇ ਹੁੰਦੇ ਔਰ ਉਹਦੇ ਵਿੱਚ ਇੱਕ ਵਾਰੀ ਹੁੰਦੀ ਜਾਂ ਇੱਕ ਅੱਧੀ ਹੁੰਦੀ ਹੈਗੀ ਆ, ਉਹ ਵੀ ਤੁਹਾਨੂੰ ਲੱਗਦਾ ਕਿ ਹੈ ਬੈਰੀਅਰ ਚੈਲੰਜ ਹੈਗਾ ਪੋਲਿਟਿਕਸ ਵਿੱਚ ਐਂਟਰ ਕਰਨ ਦਾ? ਉਹਦਾ ਇੱਕ ਬਿਗੇਸਟ ਰੀਜ਼ਨ ਇਹ ਹੈ ਕਿ ਕਿਤੇ ਨਾ ਕਿਤੇ ਹਰ ਔਰਤ ਜੋ ਮੈਂ ਦੇਖਿਆ ਕਿਸ ਕੀ ਵਰਡ ਨੂੰ ਆਪਾਂ ਕਹਿ ਸਕਦੇ ਕਿ ਇੱਕ ਰਿਊਮਰਸ ਕਹਿ ਲਓ, ਝੂਠੀ ਬਦਨਾਮੀ ਕਹਿ ਲਓ, ਪ੍ਰੀਜ਼ੰਪਸ਼ਨ ਕਹਿ ਲਓ, ਉਹਨਾਂ ਸਾਰੀਆਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਉਹਨੂੰ ਡਰ ਲੱਗਦਾ ਬਿਕੋਜ਼ ਉਹਨੂੰ ਇਹ ਵੀ ਪਤਾ ਕਿ ਕੱਲ ਨੂੰ ਮੈਂ ਉਹਦੇ ਬੱਚੇ ਵੀ ਸਕੂਲ ਭੇਜਣੇ ਆ, ਕੱਲ ਨੂੰ ਮੈਂ ਘਰੇ ਵੀ ਆਉਣਾ ਨਾ। ਜਦੋਂ ਤੁਸੀਂ ਪੋਲਿਟਿਕਸ ਜਾਂ ਕਿਸੇ ਵੀ ਵੱਡੇ ਕੋਈ ਵੀ ਫੀਲਡ ਦੇ ਵਿੱਚ ਜਾਓਗੇ ਤੁਹਾਡੇ ਤੇ ਚਿੱਕੜ ਹਨਾ, ਉਹਦੇ 'ਚ ਇਹ ਹੈ ਕਿ ਜਿਹੜੇ ਲੋਕੀ ਉੱਥੇ ਨਹੀਂ ਪਹੁੰਚ ਸਕਦੇ ਜਿੱਥੇ ਤੁਸੀਂ ਖੜੇ ਹੋ ਉਹਨਾਂ ਨੇ ਆਪਦੀ ਪੜਾਸ ਕੱਢਣੀ ਆ, ਤੇ ਜੇ ਆਪਾਂ ਕੋਈ ਬਹੁਤ ਵੱਡਾ ਬੰਦਾ ਖੜਾ ਸੀ ਜਿਹਦਾ ਇੱਕ ਲੈਵਲ ਸੀ, ਨਾਮ ਸੀ, ਉਹਨੂੰ ਹਰਾ ਕੇ ਆਪਾਂ ਅੱਗੇ ਆਏ ਆ ਤਾਂ ਉਹਨੂੰ ਵੀ ਕਿਤੇ ਨਾ ਕਿਤੇ ਉਹ ਖਾਰ ਆਉਣੀ ਆ ਨਾ। ਸੋ ਇਹ ਜੇ ਉਹ ਫੀਲਡ ਹੈ ਜਿਹਦੇ ਵਿੱਚ ਹਜੇ ਵੂਮਨ ਇੰਨੀ ਅੱਗੇ ਨਹੀਂ ਆ ਪਾਈ, ਪਰ ਆਈ ਥਿੰਕ ਇਟਸ ਹਾਈ ਟਾਈਮ ਨਾਓ ਕਿ ਉਹ ਬੈਰੀਅਰਸ ਆ ਜਿਹੜੇ ਉਹ ਬ੍ਰੇਕ ਕਰ ਦੇਣੇ ਚਾਹੀਦੇ ਆ ਐਂਡ ਹੁਣ ਅੱਗੇ ਵੱਧ ਕੇ ਇਟਸ ਲਾਈਕ ਕਿਉਂਕਿ ਚੇਂਜ ਸੋਸਾਇਟੀ 'ਚ ਉਦੋਂ ਆਣੀ ਆ ਜਿੱਦਣ ਮੈਨ ਐਂਡ ਵੂਮਨ ਬਰਾਬਰ ਤੇ ਖੜ ਕੇ ਚੱਲਣਗੇ ਕਿ ਪ੍ਰੋਬਲਮਸ ਹੈ ਜਿਹੜੀਆਂ ਉਹ ਬਰਾਬਰ ਤੇ ਸੋਲਵ ਬਰਾਬਰ ਤੇ ਹੋਣ। ਚਾਹ ਮਤਲਬ ਇਹ ਨਾ ਦੇਖਿਆ ਜਾਏ ਕਿ ਔਰਤ ਹੈ ਮਰਦ ਹੈ, ਜਿਹਦੇ 'ਚ ਕੈਲੀਬਰ ਹੈਗਾ, ਜਿਹਦੇ 'ਚ ਉਹ ਗੁਣ ਹੈਗੇ ਨੇ, ਉਹ ਅੱਗੇ ਆ ਸਕਦਾ ਹੈਗਾ, ਕਮਿਊਨਿਟੀ ਨੂੰ ਸਰਵ ਕਰ ਸਕਦਾ ਹੈਗਾ, ਤਾਂ ਉਹ ਮੇਰੇ ਹਿਸਾਬ ਨਾਲ ਉਹਨੂੰ ਆਉਣਾ ਚਾਹੀਦਾ ਹੈਗਾ। ਪਰ ਆਪਣੀ ਜਿਹੜੀ ਹੈਗੀ ਨਾ ਪੰਜਾਬੀ ਪੋਲਿਟਿਕਸ ਚੱਲਦੀ ਕਿਉਂਕਿ ਇੰਨੇ ਸਾਲ ਮੈਂ 23 ਸਾਲ ਹੋ ਗਏ ਮੈਨੂੰ ਪੱਤਰਕਾਰੀ ਦੇ ਵਿੱਚ ਕੰਮ ਕਰਦੇ ਆ, ਤੇ ਉਹਦੇ 'ਚ ਇਹ ਮੈਂ ਦੇਖਿਆ ਕਿ ਆਪਣੇ ਪੰਜਾਬੀਆਂ ਦੀ ਕਿਉਂਕਿ ਪੋਲਿਟਿਕਸ ਡਿਫਰੈਂਟ ਚੱਲਦੀ ਆ ਤੇ ਲੈਗ ਪੈਗ ਵਾਲੀ ਇਹਨਾਂ ਦੀ ਹੁੰਦੀ ਹੈਗੀ ਆ, ਉਹਨਾਂ ਨੂੰ ਇਹ ਹੁੰਦਾ ਹੈਗਾ ਕਿ ਜੇ ਕੋਈ ਕੁੜੀ ਦੀ ਆਪਾਂ ਸਪੋਰਟ ਕਰਾਂਗੇ ਤੇ ਉਹਨੇ ਤਾਂ ਸਾਨੂੰ ਨਾ ਦਾਰੂ ਪਿਲਾਣੀ ਨਾ ਸਾਨੂੰ ਮੁਰਗੇ ਖਵਾਉਣੇ ਹੈਗੇ ਨੇ, ਜਾਂ ਜੇ ਖਵਾ ਵੀ ਦੇਗੀ ਤੇ ਫਿਰ ਉਹੀ ਹੈਗਾ ਕਿ ਉਹ ਆਪ ਨਹੀਂ ਹੋਏਗੀ, ਜੇ ਉੱਥੇ ਆਪ ਹੋਏਗੀ ਤੇ ਫਿਰ ਉਹ ਮਤਲਬ ਆਪ ਸ਼ਰਾਬੀ ਬੰਦੇ ਹੈਗੇ ਨੇ, ਦਾਰੂ ਪੀ ਕੇ ਦੋ ਪੈਗ ਕੀ ਬੋਲ ਦੇਣ ਕੀ ਹੈ ਨਾ, ਕਿਸ ਤਰ੍ਹਾਂ ਬਿਹੇਵ ਕਰ ਦੇਣ, ਉਹ ਇੱਕ ਰਿਸਕ ਰਹਿੰਦਾ ਹੈਗਾ। ਸੋ ਦਿਸ ਇਜ਼ ਵਾਈ ਮੈਨੂੰ ਜੋ ਲੱਗਦਾ ਕਿ ਜਿਹੜੇ ਉਹ ਲੋਕੀ ਪੋਲਿਟਿਕਸ ਦੇ ਜਿਹੜੇ ਵੀ ਬੰਦੇ ਖੜੇ ਹੁੰਦੇ ਨੇ ਉਹਨਾਂ ਜਿਹੜੇ ਸਪੋਰਟਰ ਹੁੰਦੇ ਨਾ, ਕਿਉਂਕਿ ਸਪੋਰਟਰ ਹੀ ਤੁਹਾਨੂੰ ਹੁੰਦੇ ਨੇ 10 20 50 ਬੰਦੇ ਹੁੰਦੇ ਜਿਹੜੇ ਤੁਹਾਨੂੰ ਗਰੁੱਪ 'ਚ ਚੱਕਦਾ ਹੈਗਾ, ਉਹਨਾਂ ਨੂੰ ਲੱਗਦਾ ਜੇ ਅਸੀਂ ਔਰਤ ਨੂੰ ਮਤਲਬ ਜੇ ਅੱਗੇ ਪ੍ਰਮੋਟ ਕਰਾਂਗੇ ਕਿ ਕੁੜੀ ਨੂੰ ਪ੍ਰਮੋਟ ਕਰਾਂਗੇ ਜੇ ਅੱਗੇ ਲੈ ਕੇ ਆਵਾਂਗੇ ਤਾਂ ਸਾਡੀ ਉਹ ਮਤਲਬ ਖਾਣ ਪੀਣ ਵਾਲਾ ਕੰਮ ਖਤਮ ਹੋ ਜਾਣਾ ਹੈਗਾ, ਤਾਂ ਉਹਨੂੰ ਵੀ ਜਿਹੜਾ ਹੈਗਾ ਕਿ ਤੋੜਨਾ ਮਤਲਬ ਜ਼ਰੂਰੀ ਹੈਗਾ, ਕਿਉਂਕਿ ਆਪਾਂ ਕੈਨੇਡਾ ਦੇ ਵਿੱਚ ਹੈਗੇ ਆ ਤੇ ਇਹ ਨਾ ਦੇਖੇ ਕਿ ਖਾਣ ਪੀਣ ਵਾਸਤੇ ਆਪਾਂ ਕਿਸੇ ਨੂੰ MLA ਜਾਂ MP ਬਣਾਉਣਾ ਹੈਗਾ, ਇਹ ਦੇਖੋ ਕਿ ਕਿਹੜਾ ਬੰਦਾ ਜਿਹੜਾ ਹੈਗਾ ਕਿ ਉਹ ਸਾਡੀ ਕਮਿਊਨਿਟੀ ਨੂੰ ਅੱਗੇ ਜਾ ਕੇ ਸਰਵ ਕਰ ਸਕਦਾ ਹੈ। ਇਹਦੇ 'ਚ ਦੋ ਚੀਜ਼ਾਂ ਆਈਆਂ, ਇੱਕ ਤਾਂ ਇਹ ਹੈ ਕਿ ਜਦੋਂ ਆਪਾਂ ਵੋਟ ਦਿੰਨੇ ਆ, ਚਾਹੇ ਉਹ ਆਪਾਂ ਖਾਣ ਪੀਣ ਦੇ ਚੱਕਰ 'ਚ ਦਿੰਨੇ ਆ ਜਾਂ ਆਪਾਂ ਨੂੰ ਕੋਈ ਜਾਣ ਪਛਾਣ ਆਪਾਂ ਤਾਂ ਕਰਕੇ ਦਿੰਨੇ ਆ, ਉਹਦੇ 'ਚ ਆਪਾਂ ਜੋ ਇਹ ਚੀਜ਼ ਭੁੱਲ ਜਾਂਦੇ ਆ ਕਿ ਜਿਹੜੀ ਵੋਟ ਆਪਾਂ ਕਿਸੇ ਨੂੰ ਦਿੰਨੇ ਆ ਨਾ, ਇੱਕ ਬਹੁਤ ਵੈਲਿਊਏਬਲ ਰਾਈਟ ਆ। ਹੁਣ ਕੋਵਿਡ ਆਇਆ ਸੀ ਪਿੱਛੇ, ਜੇ ਤੁਹਾਡੀ ਗਵਰਨਮੈਂਟ ਵਧੀਆ, ਜੇ ਤੁਹਾਡੇ ਪੀਪਲ ਜਿਹੜੇ ਆਪਾਂ ਇਲੈਕਟ ਕੀਤੇ ਆ MLAs ਜਾਂ MPs ਉਹ ਕਮਿਊਨਿਟੀ ਦਾ ਐਕਚੁਅਲੀ ਸਾਥ ਦਿੰਦੇ ਆ, ਤਾਂ ਆਉਣ ਵਾਲੀਆਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਆਪਾਂ ਨੂੰ ਪਤਾ ਨਹੀਂ ਕਿੱਦਾਂ ਦੀਆਂ ਹੋਣਗੀਆਂ ਉਹਨਾਂ ਨੂੰ ਫੇਸ ਕਰਨਾ ਸੌਖਾ ਹੋ ਜਾਣਾ। ਬਿਲਕੁਲ ਠੀਕ ਹੈ, ਜੇ ਆਪਾਂ ਉਹੀ ਕੁਛ ਕਰਾਂਗੇ ਜੋ ਆਪਾਂ ਇੰਡੀਆ ਕਰਦੇ ਸੀ ਤਾਂ ਟਾਈਮ ਦੂਰ ਨਹੀਂ ਜਿੱਥੇ ਇੰਡੀਆ ਵਾਂਗੂ ਹੀ ਕੈਨੇਡਾ ਦਾ ਮਾਹੌਲ ਹੋ ਜਾਣਾ। ਤਾਂ ਫਿਰ ਇੰਨੀ ਮਿਹਨਤ ਕਰਕੇ ਆਪਾਂ ਇੱਕ ਕੰਟਰੀ ਛੱਡ ਕੇ ਆਏ, ਆਪਦਾ ਵਜੂਦ ਆਪਾਂ ਇੱਥੇ ਬਣਾਇਆ, ਕਾਹਦੇ ਵਾਸਤੇ ਜੇ ਆਪਾਂ ਅੱਜ ਉਹੀ ਮਾਹੌਲ ਇੱਥੇ ਕ੍ਰੀਏਟ ਕਰ ਦੇਣਾ। ਤੇ ਉਹੀ ਕਿਹਾ ਵੀ ਇਹ ਜਿਹੜੀ ਹੈਗੀ ਕਨਵਰਸੇਸ਼ਨ ਹੋਣੀ ਪਈ ਜ਼ਰੂਰੀ ਹੈਗੀ ਆ, ਇਹ ਮੈਸੇਜ ਜਾਣਾ ਵੀ ਜ਼ਰੂਰੀ ਹੈਗਾ ਕਿ ਜਿਹੜਾ ਬੰਦਾ ਮਤਲਬ ਉਹ ਗੁਣ ਰੱਖਦਾ ਹੈਗਾ ਜਿਹਦੇ ਵਾਸਤੇ ਤੁਸੀਂ ਉਹਨੂੰ ਚੂਜ਼ ਕਰ ਰਹੇ ਹੈਗੇ ਹੋ, ਮੰਨ ਲਓ ਕੋਈ MLA ਹੈਗਾ ਤੇ ਉਹਦੇ 'ਚ ਉਹ ਗੁਣ ਹੈਗੇ ਨੇ ਵੀ ਉਹ MLA ਦੇ ਤੌਰ ਤੇ ਵੀ ਕੀ ਚੇਂਜਸ ਲਿਆ ਸਕਦਾ, ਕਮਿਊਨਿਟੀ ਵਾਸਤੇ ਕੀ ਸੋਚ ਸਕਦਾ, ਜੋ MP ਹੈਗਾ ਤਾਂ ਕਮਿਊਨਿਟੀ ਵਾਸਤੇ ਕੀ ਕਰ ਸਕਦਾ, ਜੋ ਕਾਉਂਸਲਰ ਹੈਗਾ ਤਾਂ ਕੀ ਕਰ ਸਕਦਾ। ਇਹ ਨਾ ਵੇਖਿਆ ਜਾ ਕਿ ਔਰਤ ਹੈ ਜਾਂ ਲੇਡੀ ਹੈ ਜਾਂ ਕੋਈ ਬੰਦਾ ਹੈਗਾ ਜਾਂ ਕਿਸੇ ਦੂਸਰੀ ਕਮਿਊਨਿਟੀ ਦਾ ਹੈਗਾ, ਵੀ ਉਹ ਚੀਜ਼ਾਂ ਤੋਂ ਬਾਹਰ ਨਿਕਲਣਾ ਪਵੇਗਾ। ਤਾਂ ਉਹਦੇ ਵਿੱਚ ਮੈਨੂੰ ਲੱਗਦਾ ਕਿ ਆਪਣੀਆਂ ਖਾਸ ਕਰਕੇ ਪੰਜਾਬੀ ਜਿਹੜੀਆਂ ਔਰਤਾਂ ਨੇ ਉਹ ਇਸ ਚੀਜ਼ ਦਾ ਜਿਹੜਾ ਹੈਗਾ ਕਿ ਉਹ ਫੇਸ ਕਰ ਰਹੀਆਂ ਹੈਗੀਆਂ ਕਿ ਉਹਨਾਂ ਨੂੰ ਜਿਹੜੀ ਹੈਗੀ ਹੈ ਐਂਟਰੀ ਅਜੇ ਤੱਕ ਲੈਣੀ ਜਿਹੜੀ ਹੈਗੀ ਕਿ ਮੁਸ਼ਕਿਲ ਹੋ ਪਾ ਰਹੀ ਹੈਗੀ ਆ। ਠੀਕ ਹੈ ਨਾ, ਤਾਂ ਇਹ ਵੀ ਚੈਲੰਜ ਜਿਹੜਾ ਹੈਗਾ ਤੇ ਇਹਨੂੰ ਵੀ ਜ਼ਰੂਰ ਜਿਹੜਾ ਹੈਗਾ ਫਿਰ ਵੀ ਜਿਨ੍ਹਾਂ ਨੇ ਜਿਹੜਾ ਆਉਣਾ ਚਾਹੁੰਦੀਆਂ ਹੈਗੀਆਂ ਤਾਂ ਉਹਨਾਂ ਨੂੰ ਆਪਣੀ ਟਰਾਈ ਕਰਦੇ ਰਹਿਣਾ ਚਾਹੀਦਾ ਹੈਗਾ, ਗਿਵ ਅਪ ਨਹੀਂ ਕਰਨਾ ਚਾਹੀਦਾ, ਮੇਰਾ ਤੇ ਇਹ ਮੰਨਣਾ ਹੈ। ਆਈ ਫੀਲ ਜਿਹੜੇ ਵੀ ਫੀਲਡ 'ਚ ਤੁਸੀਂ ਜਾਣਾ ਚਾਹੁੰਦੇ ਹੋ ਨਾ, ਤੁਸੀਂ ਆਪਦੇ ਮਨ 'ਚ ਡਿਸਾਈਡ ਕਰ ਲਓ ਕਿ ਮੈਂ ਇਸ ਫੀਲਡ 'ਚ ਅੱਗੇ ਜਾਣਾ, ਤੇ ਉਸ ਤੋਂ ਬਾਅਦ ਇਹ ਕੁਐਸਚਨ ਆਪਦੇ ਆਪ ਨੂੰ ਕਰੋ ਕਿ ਮੇਰਾ ਮੈਕਸ ਪੋਟੈਂਸ਼ੀਅਲ ਕੀ ਆ।
ਦੈਟਸ ਇਟ, ਬਾਕੀ ਸਾਰੀਆਂ ਚੀਜ਼ਾਂ ਪਾਸੇ। ਬਿਲਕੁਲ। ਉਹ ਜਦੋਂ ਤੁਸੀਂ ਧਾਰ ਲੈਂਦੇ ਹੋ ਫਿਰ ਕੁਦਰਤ, ਰੱਬ ਸਭ ਕੁਝ ਤੁਹਾਡੇ ਨਾਲ ਲੱਗ ਜਾਂਦਾ ਐਂਡ ਰਸਤੇ ਆਪੇ ਕਲੀਅਰ ਹੁੰਦੇ ਆ। ਨਾਲੇ ਇਹ ਵੀ ਹੁੰਦਾ ਹੈਗਾ ਕਿ ਇਹ ਮੰਨ ਕੇ ਚੱਲੋ ਕਿ ਜੇ ਤੁਹਾਡੇ ਵੀ ਮਨ ਦੇ ਵਿੱਚ ਅਗਰ ਤੁਸੀਂ ਕੁਝ ਹਾਸਲ ਕਰਨਾ ਹੈਗਾ ਤਾਂ ਰੁਕਾਵਟਾਂ ਤੇ ਆਉਣੀਆਂ ਹੀ ਹੈਗੀਆਂ। ਜਿਹੜੇ ਆਪਾਂ ਚੈਲੰਜਸ ਦੀ ਗੱਲ ਕਰ ਰਹੇ, ਚੈਲੰਜਸ ਆਉਣੇ ਹੈਗੇ, ਪਰ ਤੁਹਾਡੀ ਇੰਟੈਂਸ਼ਨ ਸਹੀ ਹੈਗੀ ਆ, ਤੁਸੀਂ ਆਪਣੀ ਫੈਮਿਲੀ ਵਾਸਤੇ ਵਧੀਆ ਕਰ ਰਹੇ ਹੋ, ਆਪਣੇ ਵਾਸਤੇ ਵਧੀਆ ਕਰ ਰਹੇ ਹੋ, ਕਮਿਊਨਿਟੀ ਵਾਸਤੇ ਵਧੀਆ ਕਰ ਰਹੇ ਹੋ, ਤਾਂ ਡੂ ਇਟ, ਵੀ ਲੱਗੇ ਰਹੋ, ਵੀ ਪਰਵਾਹ ਨਾ ਕਰੋ ਕਿ ਜਿਹੜਾ ਹੁਣ ਹੀਰਾ ਵੀ ਆ, ਡਾਇਮੰਡ ਦੀ ਗੱਲ ਕਰਦੇ ਆਪਾਂ, ਉਹ ਅੰਡਰ ਪ੍ਰੈਸ਼ਰ ਬਣਦਾ। ਹਾਂ ਬਿਲਕੁਲ, ਠੀਕ ਹੈ। ਸੋ ਕੋਈ ਵੀ ਚੀਜ਼ ਜੋ ਆਪਾਂ ਕਹਿੰਦੇ ਕਿ ਜੇ ਮੈਂ ਆਪਦੇ ਆਪ ਨੂੰ ਬਣਾਉਣਾ, ਤਰਾਸ਼ਣਾ, ਉਹ ਅੰਡਰ ਪ੍ਰੈਸ਼ਰ ਬਣਨਾ, ਉਹ ਮੁਸ਼ਕਲਾਂ ਚੋਂ ਨਿਕਲ ਕੇ ਬਣਨਾ। ਈਜ਼ੀ ਲਾਈਫ ਇਜ਼ ਲਾਈਕ ਗੁੱਡ, ਈਜ਼ੀ ਲਾਈਫ ਹੈਗੀ ਆ, ਪਰ ਜੇ ਕਹਾਂ ਵੀ ਈਜ਼ੀ ਲਾਈਫ ਆਪਾਂ ਨੂੰ ਕੁਝ ਸਿਖਾ ਜੂਗੀ, ਨਹੀਂ ਈਜ਼ੀ ਤੇ ਕੁਝ ਵੀ ਨਹੀਂ ਹੁੰਦਾ। ਜਿਵੇਂ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਮਿੱਠਾ ਖਾ ਕੇ ਜਿਹੜਾ ਹੈਗਾ ਕਿ ਬੰਦਾ ਕਦੀ ਤਾਕਤਵਰ ਨਹੀਂ ਬਣਦਾ ਹੈਗਾ, ਠੀਕ ਹੈ, ਤੇ ਕੌੜੀਆਂ ਚੀਜ਼ਾਂ ਖਾ ਕੇ ਤਾਕਤਵਰ ਬਣ ਸਕਦਾ ਹੈਗਾ, ਪਰ ਮਿੱਠਾ ਕਰਕੇ ਕੋਈ ਬੰਦਾ ਤਾਕਤਵਰ ਨਹੀਂ ਮਿਲਦਾ। ਕਿ ਇਸ ਕਰਕੇ ਚੈਲੰਜਸ ਜਿਹੜੇ ਹੈਗੇ ਨੇ ਲਾਈਫ ਵਿੱਚ ਜ਼ਰੂਰੀ ਨੇ। ਇਸੇ ਕਰਕੇ ਜਿਹੜੀ ਔਰਤ ਨੂੰ ਵੈਸੇ ਮਤਲਬ ਬੜੀ ਸਟਰੋਂਗ ਮੰਨਿਆ ਜਾਂਦਾ ਹੈਗਾ, ਇਮੋਸ਼ਨਲੀ ਵੀ ਤੇ ਅੱਜ ਕੱਲ੍ਹ ਤੇ ਫਿਜ਼ੀਕਲੀ ਵੀ, ਪਰ ਇਮੋਸ਼ਨਲੀ ਵੀ ਔਰਤਾਂ ਇਸੇ ਕਰਕੇ ਸਟਰੋਂਗ ਹੈ ਕਿਉਂਕਿ ਉਹਨਾਂ ਦੇ ਬਹੁਤ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੂੰ ਝੱਲਣੇ ਪੈਂਦਾ, ਉਹਨੂੰ ਕੰਟਰੋਲ ਕਰਨੇ ਆਉਂਦਾ ਹੈਗਾ, ਇਸੇ ਕਰਕੇ ਉਹ ਕਾਮਯਾਬ ਜਾਂ ਸਟਰੋਂਗ ਹੁੰਦੀਆਂ ਹੈਗੀਆਂ। ਹਾਂਜੀ। ਤੇ ਕੁਝ ਜਾਂਦੇ ਜਾਂਦੇ ਤੁਸੀਂ ਆਪਣੇ ਦਰਸ਼ਕਾਂ ਨੂੰ, ਸਾਡੇ ਜਿਹੜੀਆਂ ਵਰਕਿੰਗ ਵੂਮੈਨ ਹੈ, ਯੰਗ ਵੂਮੈਨ ਹੈ, ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੈਗੇ? ਯੈਸ, ਮੈਂ ਜਿੰਨੀਆਂ ਵੀ ਵਰਕਿੰਗ ਵੂਮੈਨ ਹੈਗੀਆਂ ਉਹਨਾਂ ਸਾਰਿਆਂ ਨੂੰ ਮੈਂ ਇਹ ਮੈਸੇਜ ਦੇਣਾ ਮੰਗਦੀ। ਪਹਿਲੀ ਗੱਲ ਤਾਂ ਬੀ ਪ੍ਰਾਊਡ ਆਫ ਯੋਰਸੈਲਫ। ਤੁਸੀਂ ਜੋ ਵੀ ਕੀਤਾ, ਜਿੱਥੇ ਵੀ ਤੁਸੀਂ ਪਹੁੰਚੇ ਹੋ, ਉਹ ਸੌਖਾ ਨਹੀਂ ਸੀ। ਕਈ ਵਾਰ ਆਪਾਂ ਜਦੋਂ ਆਪਦੇ ਆਪ ਨੂੰ ਦੂਜੇ ਨਾਲ ਕੰਪੇਅਰ ਕਰਦੇ ਹਾਂ, ਆਪਾਂ ਆਪਦੇ ਆਪ ਨੂੰ ਛੋਟਾ ਫੀਲ ਕਰਾਉਂਦੇ ਹਾਂ। ਸੋ ਯੋਰ ਕੰਪੈਰੀਜ਼ਨ ਇਜ਼ ਯੂ, ਕਿ ਮੈਂ ਕਿੱਥੋਂ ਸ਼ੁਰੂ ਕੀਤਾ ਸੀ ਤੇ ਮੈਂ ਕਿੱਥੇ ਪਹੁੰਚੀ ਹਾਂ। ਉਹਨੂੰ ਦੇਖ ਕੇ ਆਪਦੇ ਆਪ ਨੂੰ ਪ੍ਰਾਊਡ ਫੀਲ ਕਰਨਾ। ਐਂਡ ਜੇ ਕੋਈ ਵੀ ਬੰਦਾ ਉੱਥੇ ਸ਼ੁਰੂ ਕਰ ਰਿਹਾ, ਕੋਈ ਵੀ ਔਰਤ ਤੁਹਾਡੇ ਕੰਟੈਕਟ ਦੇ ਵਿੱਚ ਆਉਂਦੀ ਜਿੱਥੇ ਕਿਸੇ ਟਾਈਮ ਤੁਸੀਂ ਸੀ, ਜਿੰਨੀ ਸਪੋਰਟ ਉਹਨੂੰ ਕਰ ਸਕਦੇ ਹੋ ਤੁਸੀਂ ਕਰੋ, ਬਿਕੋਜ਼ ਦੈਟਸ ਯੋਰ ਵੇ ਟੂ ਗਿਵ ਬੈਕ ਟੂ ਦ ਕਮਿਊਨਿਟੀ, ਰਾਈਟ। ਐਂਡ ਜਿਹੜੀਆਂ ਔਰਤਾਂ ਘਰੇ ਆ, ਜਿਹੜੀਆਂ ਘਰ ਸਾਂਭਲੀਆਂ, ਤੁਹਾਡਾ ਵੀ ਪੂਰਾ ਯੋਗਦਾਨ ਹੈ। ਇਹ ਨਹੀਂ ਕਿ ਜੇ ਲੇਡੀ ਇੱਕ ਬਿਜ਼ਨਸ ਕਰ ਰਹੀ ਹੈ ਤਾਂ ਉਹੀ ਇੱਕ ਵੈਲਿਊਏਬਲ ਲੇਡੀ ਆ, ਨੋ। ਜੇ ਤੁਸੀਂ ਨਹੀਂ ਹੈਗੇ ਘਰ ਦੇ ਵਿੱਚ ਤਾਂ ਜਿਹੜਾ ਬੰਦਾ ਬਾਹਰ ਜਾ ਕੇ ਕਮਾਈ ਕਰਕੇ ਆ ਰਿਹਾ ਉਹ ਨਹੀਂ ਕਰ ਸਕਦਾ। ਸੋ ਜਦੋਂ ਤੁਸੀਂ ਘਰੇ ਹੋ, ਤੁਹਾਡੇ ਬੱਚਿਆਂ ਦਾ ਫਿਊਚਰ ਤੁਹਾਡੇ ਹੱਥ ਦੇ ਵਿੱਚ ਆ, ਉਹਨਾਂ ਨੂੰ ਚੰਗੀ ਸੀਖ ਦਿਓ, ਉਹਨਾਂ ਨੂੰ ਮੈਡੀਟੇਸ਼ਨ ਕਰਾਓ, ਫਿਟਨੈਸ ਵੱਲ ਲਾਓ, ਸੋਚ ਬਦਲੋ, ਚਾਹੇ ਤੁਸੀਂ ਘਰੇ ਹੋ ਚਾਹੇ ਤੁਸੀਂ ਬਾਹਰ ਆ। ਐਂਡ ਟੂ ਮੈਨ ਆਈ ਵਾਂਟ ਟੂ ਸੇ ਵਨ ਥਿੰਗ, ਆਪਣੀ ਕਮਿਊਨਿਟੀ ਤੇ ਤੁਹਾਡਾ ਘਰ ਓਨਾ ਹੀ ਸਟਰੋਂਗ ਹੋਣਾ ਜਿੰਨਾ ਤੁਹਾਡਾ ਰਿਲੇਸ਼ਨਸ਼ਿਪ ਸਟਰੋਂਗ ਹੋਣਾ। ਜਿੰਨਾ ਤੁਸੀਂ ਆਪਣੀ ਵਾਈਫ ਦੇ ਨਾਲ ਖੜੋਗੇ ਹਰ ਸਟੈਪ ਤੇ, ਓਨੀ ਤੁਹਾਡੀ ਲਾਈਫ ਬੈਟਰ ਹੋਣੀ ਆ। ਜੀ, ਤੇ ਮੋਨਿਕਾ ਜੀ ਤੁਸੀਂ ਆਏ, ਬੜੀਆਂ ਵਧੀਆ ਗੱਲਾਂ ਕੀਤੀਆਂ, ਤੇ ਆਪਾਂ ਇਸੇ ਤਰ੍ਹਾਂ ਹੀ ਕੰਟੀਨਿਊ ਰੱਖਾਂਗੇ ਇਸੇ ਵਿਸ਼ੇ ਦੇ ਉੱਤੇ। ਫਿਰ ਦੁਬਾਰਾ ਤੁਹਾਡੇ ਨਾਲ ਗੱਲਬਾਤ ਕਰਾਂਗੇ ਕੁਝ ਹੋਰ ਐਸਪੈਕਟਸ ਤੋਂ। ਤੇ ਤੁਸੀਂ ਆਪਣਾ ਟਾਈਮ ਕੱਢਿਆ, ਤੁਸੀਂ ਇੱਥੇ ਆਏ, ਸਾਡੇ ਦਰਸ਼ਕਾਂ ਨਾਲ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ ਸੋ ਮਚ, ਥੈਂਕ ਯੂ ਜੀ।